प्रोफैसर साहब प्रिंसीपल साहब प्रभजोत कौर, मैं उन्होंने वास्ते थोड़ा जिहा तुहानूं दस दियां। प्रोफैसर साहब 33 ईयर्स ये पढ़ाते रहे हैं डिफरेंट कॉलेजेस ते प्रिंसीपल रह चुके हैं गुरु नानक गर्ल्स कॉलेज लुधियाना, गवर्नमेंट कॉलेज बहादुरगढ़, गवर्नमेंट कॉलेज फॉर वुमेन लुधियाना ते गुरमत कॉलेज पटियाला विच। इस तो बाद इन्होंने इन्हां दियां जे तुसी अचीवमेंट देखो तो 11 तो उपर इन्हां नूं नैशनल ते इंटरनैशनल अवार्ड मिल चुके हैं ते इन्हां दी पब्लिकेशन जिहड़ी कि बहुत प्यारी है, जिसने मैनू कंपैल किया कि भैन जी नूं मैं इत्थे बुलावां, वो हैगी ए बुक वूमन लिबरेशन एज सीन थ्रू द प्रिज्म ऑफ सिख फेथ, जिहदे बारे डिस्कस भी करनगे। एक होर उन्हां दी किताब है 32 लखनी ज्ञान चिराग सिखिज्म इन ब्रीफ, इंग्लिश ट्रांसलेशन ऑफ मानकोश ये पार्ट विच की हुई है इन्होंने। ते एक्स एडिटर रह चुके हैं एब्सट्रैक्ट्स ऑफ सिख स्टडीज़, जड़ी के चंडीगढ़ तो बड़ी अच्छी मैगजीन है, मंथ एवरी 3 मंथ्स। ते इन्होंने 50 आर्टिकल रिसर्च के सिख धर्म बारे लिखे हुए हैं। इन्ना भारी इन्हों का एकेडैमिक करैक्टर है तो कैरियर है कि आई जस्ट कैनट से एनीथिंग एक्सेप्ट टू प्रेज हर एंड रिकमेंड हर एंड bow before her। तो भैन जी हुण तुसी प्रोफैसर साहब प्रिंसीपल साहब हुण तुसी अपना जिहड़ा टॉपिक है ਉਹਦੇ बारे दस के वुमेन लिबरेशन थ्रू द प्रिज्म ऑफ सिख फेथ ਉਹਦੇ बारे जो कुछ तुसी डिस्कस करना वो सानू डिटेल च दसो जी। ਤੇ ਉਸ ਤੋਂ ਬਾਅਦ ਫਿਰ ਆਪਾਂ ਕੁਐਸਚਨ ਆਨਸਰ ਸੈਸ਼ਨ ਕਰਾਂਗੇ ਤੇ ਜਿਹੜੇ ਬਾਕੀ ਬੰਦੇ ਆ ਉਹਨਾਂ ਨੂੰ ਇੰਟਰੋਡਿਊਸ ਕਰਾਂਗੇ। ਤੇ ਭੈਣ ਜੀ ਹੁਣ ਤੁਹਾਡੀ ਵਾਰੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਜੋ ਅੱਜ ਦਾ ਟੌਪਿਕ ਦਿੱਤਾ ਗਿਆ ਹੈ ਵਿਮਨ ਲਿਬਰੇਸ਼ਨ ਥਰੂ ਦ ਪ੍ਰਿਜ਼ਮ ਆਫ ਸਿੱਖ ਫੇਥ। ਇਨ ਫੈਕਟ ਮੇਰੀ ਤੇ ਡਾਕਟਰ ਸਾਹਿਬ ਦੀ ਜਿਹੜੀ ਡਾਕਟਰ ਸਚਦੇਵ ਦੀ ਜੋ ਇੰਟਰੋਡਕਸ਼ਨ ਹੋਈ ਸੀ ਉਹ ਇਸ ਕਿਤਾਬ ਦੇ ਥਰੂ ਹੀ ਹੋਈ ਸੀ। ਇਹ ਕਿਤਾਬ ਮੇਰੀ ਜੋ ਲੱਗੀ ਹਿਮਕੁੰਡ ਫਾਊਂਡੇਸ਼ਨ ਵਾਲਿਆਂ ਨੇ ਲਗਾਈ ਸੀ ਫॉर ਕਾਲਜ ਸਟੂਡੈਂਟਸ ਦੇ ਸਿਲੇਬਸ ਦੇ ਵਿੱਚ। ਡਾਕਟਰ ਸਾਹਿਬ ਉੱਥੇ ਮੈਨੂੰ ਮਿਲੇ ਤੇ ਸਾਡੀ ਇੰਟਰੋਡਕਸ਼ਨ ਹੋਈ। ਸੋ ਮੈਂ ਇਹ ਇੱਕ ਬੜਾ ਵੱਡੀ ਸਮਝ ਰਹੀ ਹਾਂ ਕਿ ਗੁਰੂ ਦੀ ਮਿਹਰ ਹੋਈ ਹੈ ਕਿ ਪਹਿਲੇ ਤੇ ਮੈਨੂੰ ਉਤਸ਼ਾਹ ਦਿੱਤਾ ਗੁਰੂ ਨੇ ਇਹ ਕਿਤਾਬ ਲਿਖਣ ਦਾ, ਤੇ ਫਿਰ ਆਪ ਵਰਗੇ ਗੁਰਸਿੱਖਾਂ ਦੇ ਨਾਲ ਇਸ ਕਿਤਾਬ ਦੇ ਥਰੂ ਮੇਲਾ ਹੋਇਆ। ਸੋ ਸਹੀ ਗੁਰਮੁਖ ਪਿਆਰੇ ਮੇਲ ਅਸੀਂ ਅਰਦਾਸ ਕਰਦੇ ਹਾਂ। ਸੋ ਇਹ ਗੁਰਮੁਖ ਪਿਆਰਿਆਂ ਦਾ ਮੇਲ ਹੁੰਦਾ ਰਹੇ। ਸੋ ਇਸ ਅਰਦਾਸ ਦੇ ਨਾਲ ਮੈਂ ਇਸ ਜੋ ਇਹ ਟੌਪਿਕ ਹੈ ਮੇਰਾ ਵੂਮਨ ਲਿਬਰੇਸ਼ਨ ਥਰੂ ਦ ਪ੍ਰਿਜ਼ਮ ਆਫ ਸਿੱਖ ਫੇਥ। ਅੱਜ ਸਾਰੇ ਸੰਸਾਰ ਵਿੱਚ ਇਸਤਰੀ ਅਧਿਕਾਰਾਂ ਦੀ ਵੂਮਨ ਰਾਈਟਸ ਦੀ ਗੱਲ ਬੜੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ। ਔਰ ਇਹਨਾਂ ਰਾਈਟਸ ਦੀ ਗੱਲ ਵੂਮਨ ਲਿਬਰੇਸ਼ਨ ਮੂਵਮੈਂਟ ਜਿਹੜੀ ਚੱਲੀ ਇਨ ਵੈਸਟਰਨ ਕੰਟਰੀਜ਼ ਤੋਂ ਸਟਾਰਟ ਹੋਈ ਸੀ ਇਨ ਦਾ 1960s ਵਿੱਚ ਬੜੇ ਜ਼ੋਰ ਸ਼ੋਰ ਨਾਲ ਸਟਾਰਟ ਹੋਈ। ਉਸ ਤੋਂ ਪਹਿਲੇ ਵੀ ਵੂਮਨ ਨੇ ਵੋਟ ਦਾ ਹੱਕ ਮੰਗਿਆ। ਸੋ ਬੜੀ ਵੱਡੀ ਸਟਰਗਲ ਕੀਤੀ ਤੇ ਅੱਜ ਵੂਮਨ ਹੈਜ਼ ਬਿਕਮ ਦ ਮੇਜਰ ਆਫ ਐਵਰੀਥਿੰਗ ਆਈ ਕੈਨ ਸੇ ਕਿ ਇਸ ਹਿਸਾਬ ਨਾਲ ਇੰਨੀ ਇੰਪੋਰਟੈਂਸ ਮਿਲ ਰਹੀ ਹੈ। ਪਰ ਸਾਰਾ ਕੁਛ ਹੁੰਦਿਆਂ ਨਾਲ ਆਮ ਤੌਰ ਤੇ ਅਸੀਂ ਕਹਿੰਦੇ ਹਾਂ ਕਿ ਅਸੀਂ ਛੋਟੇ ਹੁੰਦੇ ਬੋਲਦੇ ਹੁੰਦੇ ਸੀ ਕਿ ਅਖਾਣ ਸੀ ਕਿ ਜੇ ਪੁੱਤਰ ਨੂੰ ਪੜ੍ਹਾਓ ਤੇ ਪੜ੍ਹਦੀ ਹੈ ਇੱਕ ਜਾਨ, ਤੇ ਧੀ ਪੜ੍ਹਾਇਆ ਹੋਂਦੀ ਕੁਲ ਦੀ ਉੱਚੀ ਸ਼ਾਨ। ਸੋ ਅਸੀਂ ਕਹਿੰਦੇ ਵਿਮਨ ਹੈਜ਼ ਬਿਕਮ ਦ ਮੇਜਰ ਆਫ ਐਵਰੀਥਿੰਗ। ਤਾਂ ਫਿਰ ਤੇ ਧੀ ਪੜ੍ਹਾਇਆ ਹੋਂਦੀ ਕੁਲ ਦੀ ਉੱਚੀ ਸ਼ਾਨ। ਧੀ ਨੂੰ ਜਦੋਂ ਪੜ੍ਹਾ ਲਓ, ਪੜ੍ਹ ਲਿਖ ਜਾਏ, ਅੱਗੇ ਵੱਧ ਜਾਏ ਤਾਂ ਸਾਰਾ ਸਮਾਜ ਅੱਗੇ ਵੱਧ ਜਾਂਦਾ। ਇਹ ਵਿਸ਼ਵਾਸ ਅਸੀਂ ਰੱਖਦੇ ਹਾਂ। ਸਾਨੂੰ ਜਦੋਂ ਵੂਮਨ ਲਿਬਰੇਸ਼ਨ ਤੋਂ ਬਾਅਦ ਹਾਲਾਤ ਕੀ ਬਣੇ, ਉਸ ਤੋਂ ਬਾਅਦ ਸਾਨੂੰ ਇਹ ਦੇਖਣ ਲਈ ਕਿ ਕਿੰਨੀ ਕੁ ਸਕਸੈਸਫੁਲ ਹੋਈ ਮੂਵਮੈਂਟ, ਸਾਨੂੰ ਅੱਜ ਦੇ ਸਮਾਜ ਤੇ ਝਾਤ ਮਾਰਨੀ ਪਏਗੀ ਕਿ ਕੀ ਕੁਲ ਦੀ ਸ਼ਾਨ ਉੱਚੀ ਹੋਈ ਹੈ, ਕੀ ਸਮਾਜ ਠੀਕ ਪਾਸੇ ਚੱਲ ਰਿਹਾ ਹੈ, ਕੀ ਫੈਮਿਲੀ ਜੋ ਸਮਾਜ ਦਾ ਧੁਰਾ ਹੈ, ਕੀ ਹਸਬੈਂਡ ਵਾਈਫ ਦਾ ਰਿਲੇਸ਼ਨਸ਼ਿਪ ਜਿਸ ਤੇ ਸਾਰਾ ਸਮਾਜ ਬੇਸ ਕਰਦਾ ਹੈ, ਫੈਮਿਲੀ ਦਾ ਯੂਨਿਟ that is the basic unit of the society, ਕਿ ਉਹ ਅੱਜ ਕਿੱਥੇ ਖੜਾ ਹੈ, ਕੀ ਕੁਲ ਦੀ ਸ਼ਾਨ ਉੱਚੀ ਹੋਈ ਹੈ। ਜੇ ਇਹ ਬੜੇ ਕ੍ਰਿਟੀਕਲ ਕੁਐਸਚਨ ਹਨ ਜਿਨ੍ਹਾਂ ਦਾ ਜਵਾਬ ਹਾਂ ਜਾਂ ਨਾ ਵਿੱਚ ਦੇਣਾ ਬੜਾ ਮੁਸ਼ਕਿਲ ਹੈ। ਲੜਕੀਆਂ ਬੜੀਆਂ ਅੱਗੇ ਵਧੀਆਂ ਹਨ, ਬਹੁਤ ਤਰੱਕੀ ਵੀ ਕੀਤੀ ਹੈ, ਸਮਾਜ ਵੀ ਕਈ ਵਾਰੀ ਲੱਗਦਾ ਬੜਾ ਅੱਗੇ ਜਾ ਰਿਹਾ, ਤੇ ਕਈ ਵਾਰੀ ਲੱਗਦਾ ਹੈ ਕਿ ਸਮਾਜ ਹੈ ਜਿਹੜਾ ਬਿਲਕੁਲ ਹੀ ਰਸਾਤਲ ਦੇ ਵਿੱਚ ਜਾ ਰਿਹਾ ਐਜ਼ ਫਾਰ ਐਜ਼ ਇੰਟਰਪਰਸਨਲ ਰਿਲੇਸ਼ਨਸ਼ਿਪਸ ਆਰ ਕੰਸਰਨਡ।
ਸੋ ਇਹਨਾਂ ਹਾਲਾਤ ਨੇ ਮੈਨੂੰ ਮਜਬੂਰ ਕੀਤਾ ਕਿ ਮੈਂ ਸਟੱਡੀ ਕਰਾਂ ਕਿ ਜਿਹੜੀਆਂ ਪ੍ਰੋਬਲਮਸ ਅੱਜ ਸਮਾਜ ਵਿੱਚ ਆ ਰਹੀਆਂ ਹਨ, ਡਾਈਵੋਰਸ ਦੀ ਪ੍ਰੋਬਲਮ ਹੈ, ਹੋਰ ਇਹਦੇ ਨਾਲ ਰਿਲੇਟਡ ਜਿਹੜੀਆਂ ਟੀਨੇਜ ਪ੍ਰੋਬਲਮਸ ਹਨ, ਹੋਰ ਬੜੀਆਂ ਪ੍ਰੋਬਲਮਸ ਹਨ, ਫੈਮਿਲੀ ਖਤਮ ਹੋ ਰਹੀ ਹੈ, ਤਾਂ ਇਹ ਕਿਉਂ ਹੋ ਰਿਹਾ ਹੈ, ਕਿਉਂ ਅੱਜ ਤੋਂ 100 ਸਾਲ ਪਹਿਲੇ ਇਸ ਤਰ੍ਹਾਂ ਨਹੀਂ ਸੀ, ਅੱਜ ਕਿਉਂ ਹੋ ਰਿਹਾ ਹੈ, ਇਹਦੇ ਪਿੱਛੇ ਕੀ ਰੀਜ਼ਨ ਹਨ, ਤੇ ਕੀ ਵੂਮਨ ਲਿਬਰੇਸ਼ਨ ਮੂਵਮੈਂਟ ਜਦੋਂ ਔਰਤ ਨੂੰ ਆਜ਼ਾਦੀ ਮਿਲ ਗਈ ਤਾਂ ਉਹਨੇ ਫੈਮਿਲੀ ਦੀ ਪਰਵਾਹ ਕਰਨੀ ਛੱਡ ਦਿੱਤੀ, ਕਿਤੇ ਇਹ ਤਾਂ ਨਹੀਂ ਰੀਜ਼ਨ ਹੈ। ਕਿਉਂਕਿ ਜੋ ਵੂਮਨ ਲਿਬਰੇਸ਼ਨ ਚੱਲੀ ਉਸ ਦੇ ਵਿੱਚ ਕੰਟਰਾਡਿਕਸ਼ਨਸ ਬੜੀਆਂ ਪਾਈਆਂ ਗਈਆਂ ਸਨ। ਸੋ ਉਹਨਾਂ ਕੰਟਰਾਡਿਕਸ਼ਨਸ ਕਰਕੇ ਸਮਾਜ ਦੇ ਵਿੱਚ ਬੜੀ ਹਲਚਲ ਵੀ ਹੋਈ। ਤਾਂ ਮੈਂ ਮਜਬੂਰ ਹੋ ਗਈ ਇਹ ਸੋਚਣ ਲਈ ਕਿ ਅਸੀਂ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਪ੍ਰੋਬਲਮ ਦਾ ਇਲਾਜ ਹੈ, ਹਰ ਸਮੱਸਿਆ ਦਾ ਇਲਾਜ ਹੈ, ਕਿ ਇਸ ਸਮੱਸਿਆ ਦਾ ਵੀ ਇਲਾਜ ਹੈ। ਮੈਂ ਜਦੋਂ ਇਸ ਪੱਖ ਤੋਂ ਸੋਚਿਆ, ਪਹਿਲੇ ਤੇ ਮੈਂ ਡਾਕਟਰ ਸਾਹਿਬ ਨੇ ਦੱਸੀ ਹੈ ਮੇਰੀ ਕਿਤਾਬ 32 ਸੁਲੱਖਣੀ ਦਾ ਇੱਥੇ ਜ਼ਿਕਰ ਕੀਤਾ ਹੈ। ਇਹ ਜਿਹੜੀ ਕਿਤਾਬ ਹੈ ਵੱਖ-ਵੱਖ ਸੈਮੀਨਾਰਾਂ ਤੇ ਪੜ੍ਹੇ ਹੋਏ ਪੇਪਰਸ ਦੀ ਕਲੈਕਸ਼ਨ ਹੈ ਤੇ ਅਲੱਗ-ਅਲੱਗ ਟੌਪਿਕਸ ਮੈਂ ਇਹਦੇ ਵਿੱਚ ਕਵਰ ਕੀਤੇ ਹਨ। ਤੇ ਇਹਦੇ ਵਿੱਚ ਜਿਹੜੀਆਂ ਸਮਾਜ ਦੀਆਂ ਅੱਜ ਦੀਆਂ ਸਮੱਸਿਆਵਾਂ ਹਨ, ਜੋ ਵਿਮਨ ਫੇਸ ਕਰ ਰਹੀਆਂ ਹਨ ਤੇ ਜੋ ਸਾਰਾ ਸਮਾਜ ਔਨ ਦਾ ਹੋਲ ਫੇਸ ਕਰ ਰਿਹਾ, ਉਹ ਤੇ ਡਿਸਕਸ ਕੀਤੀਆਂ ਹੀ ਹਨ। ਸੋ ਇਹ ਸਾਰਾ ਕੁਝ ਕਰਦਿਆਂ ਮੈਨੂੰ ਲੱਗਿਆ ਕਿ ਕਿਉਂ ਨਾ ਇਸ ਨੂੰ ਇੱਕ ਡੀਪ ਸਟੱਡੀ ਦੇ ਤੌਰ ਤੇ ਦੇਖਿਆ ਜਾਏ। ਪਰ ਜਦੋਂ ਮੈਂ ਸਟੱਡੀ ਕੀਤੀ ਤਾਂ ਮੇਰੀ ਹੈਰਾਨਗੀ ਦੀ ਹੱਦ ਨਹੀਂ ਰਹੀ ਕਿ ਜਿੰਨੀਆਂ ਇਸ਼ੂਜ਼ ਵੂਮਨ ਲਿਬਰੇਸ਼ਨ ਮੂਵਮੈਂਟ ਨੇ ਔਰਤਾਂ ਦੀ ਆਜ਼ਾਦੀ ਦੇ ਲਈ ਟੇਕਅਪ ਕੀਤੇ ਤੇ ਜਿੰਨੇ ਇਸ਼ੂਜ਼ ਉਹਨਾਂ ਨੇ ਬੜੀ ਸਟਰਗਲ ਕੀਤੀ ਇਹਨਾਂ ਇਸ਼ੂਜ਼ ਨੂੰ ਰਿਜ਼ੋਲਵ ਕਰਨ ਦੇ ਲਈ, ਰਿਜ਼ੋਲਵ ਹੋਏ ਜਾਂ ਨਹੀਂ, that is something that is debatable, that needs to be discussed। ਪਰ ਇਹਨਾਂ ਸਾਰੇ ਇਸ਼ੂਜ਼ ਨੂੰ ਸਿੱਖ ਧਰਮ ਦੇ ਵਿੱਚ, ਸਿੱਖ ਫਿਲਾਸਫੀ ਦੇ ਵਿੱਚ, ਸਿੱਖ ਥਾਟ ਦੇ ਵਿੱਚ ਕਿਵੇਂ ਹੈਂਡਲ ਕੀਤਾ ਗਿਆ, ਜਦੋਂ ਮੈਂ ਸਟੱਡੀ ਕੀਤਾ ਤਾਂ ਮੈਨੂੰ ਹੈਰਾਨਗੀ ਦੀ ਹੱਦ ਨਾ ਰਹੀ ਕਿ 500 ਸਾਲ ਪਹਿਲੇ ਗੁਰੂ ਸਾਹਿਬ ਦੀ ਥਾਟ ਇਤਨੀ ਉੱਚੀ ਸੀ ਕਿ ਇਤਨੀ ਫਾਰਵਰਡ ਲੁਕਿੰਗ ਸੀ ਕਿ ਜੋ ਅੱਜ ਅਸੀਂ ਪ੍ਰੋਬਲਮਸ ਦੀ ਗੱਲ ਕਰ ਰਹੇ ਹਾਂ, ਉਹਨਾਂ ਪ੍ਰੋਬਲਮਸ ਨੂੰ ਉਹਨਾਂ ਨੇ ਹੈਂਡਲ ਕੀਤਾ ਸਿਰਫ ਗੁਰਬਾਣੀ ਦੇ ਵਿੱਚੋਂ ਦੀ। ਉਹਨੂੰ we need to delve deep into ਗੁਰਬਾਣੀ to find out the answers to these questions। ਸੋ ਮੈਂ ਸਭ ਤੋਂ ਪਹਿਲੇ ਮੈਂ ਇਹ ਡਿਸਕਸ ਮੈਂ ਇਸ ਕਿਤਾਬ ਦੇ ਵਿੱਚ ਮੈਂ ਸਿੱਖ ਧਰਮ ਨੂੰ ਮੈਂ ਸਿੱਖ ਮੂਵਮੈਂਟ ਕਰਕੇ ਲਿਆ। ਬੇਸ਼ੱਕ ਇਹਦੇ ਬਾਰੇ ਦੋ ਓਪੀਨੀਅਨਸ ਹੋ ਸਕਦੀਆਂ, ਮੂਵਮੈਂਟ ਹੈ ਜਾਂ ਨਹੀਂ ਹੈ, ਪਰ ਮੈਂ ਇਹਨੂੰ, ਕਿਉਂਕਿ ਅਸੀਂ ਅੱਗੇ ਅੱਗੇ ਵੱਧ ਰਹੇ ਹਾਂ, ਇਹ ਇੱਕ ਮੂਵਮੈਂਟ ਸੀ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਚੱਲੀ ਤੇ ਅੱਜ ਤੱਕ ਚੱਲੀ ਆ ਰਹੀ ਹੈ। ਬੇਸਿਕ ਪ੍ਰਿੰਸੀਪਲਸ ਉਹੀ ਹਨ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸੇ, ਪਰ ਅਸੀਂ ਸਮੇਂ ਦੇ ਮੁਤਾਬਿਕ, ਹਾਲਾਤ ਦੇ ਮੁਤਾਬਿਕ ਉਹਨਾਂ ਪ੍ਰਿੰਸੀਪਲਸ ਨੂੰ ਅਸੀਂ ਆਪਣੇ ਹਾਲਾਤ ਦੇ ਵਿੱਚ ਉਹਨਾਂ ਦੇ ਮੁਤਾਬਿਕ ਸਟੱਡੀ ਕਰਕੇ ਅਸੀਂ ਆਪਣੇ ਪ੍ਰਸ਼ਨਾਂ ਦੇ ਜਵਾਬ ਲੱਭਦੇ ਹਾਂ। ਤਾਂ ਮੈਂ ਸੋਚਦੇ ਇਹ ਬੇਸਿਕ ਡਿਫਰੈਂਸ ਜੋ ਮੈਨੂੰ ਇਹਨਾਂ ਦੋ ਮੂਵਮੈਂਟਸ ਦੇ ਵਿੱਚ ਨਜ਼ਰ ਆਇਆ, ਫੰਡਾਮੈਂਟਲ ਡਿਫਰੈਂਸ, ਉਹ ਇਹ ਸੀ ਕਿ ਵੂਮਨ ਮੂਵਮੈਂਟ ਸਟਾਰਟ ਹੋਈ ਆਫਟਰ ਦਾ ਇੰਡਸਟਰੀਅਲ ਰੈਵੋਲੂਸ਼ਨ। ਜਦੋਂ ਮਨੁੱਖ ਨੂੰ, ਜਦੋਂ ਕੰਮ ਘਰਾਂ ਵਿੱਚੋਂ ਨਿਕਲ ਕੇ ਫੈਕਟਰੀਆਂ ਵਿੱਚ ਆ ਗਿਆ। ਕੋਈ ਸਮਾਂ ਸੀ ਜਦੋਂ ਘਰ ਦੇ ਵਿੱਚ ਕੱਪੜਾ ਬੁਣਿਆ ਜਾਂਦਾ ਸੀ, ਘਰ ਦੇ ਵਿੱਚ ਮੋਚੀ ਜੁੱਤੀਆਂ ਬਣਾਉਂਦਾ ਸੀ, ਸਾਰੀ ਫੈਮਿਲੀ ਇਕੱਠੀ ਕੰਮ ਕਰਦੀ ਸੀ। ਫਾਰਮਰ ਸੀ ਜਿਹੜਾ ਉਹ ਫਸਲ ਉਗਾਉਂਦਾ ਸੀ, ਘਰ ਦੀ ਔਰਤ ਹੈ ਜਿਹੜੀ ਉਹ ਫਸਲ ਸੰਭਾਲ ਲੈਂਦੀ ਸੀ। ਗੱਲ ਕੀ, the whole family was one economic unit। ਪਰ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਜਦੋਂ ਇਹ one economic unit ਨਾ ਰਹੀ ਫੈਮਿਲੀ, ਫੈਕਟਰੀਆਂ ਵਿੱਚ ਕੰਮ ਚਲਾ ਗਿਆ। ਫੈਕਟਰੀਆਂ ਵਿੱਚ ਜਾਣ ਕਰਕੇ ਮਰਦ ਵੀ ਨੌਕਰੀ ਲਈ ਗਿਆ ਉੱਥੇ, ਔਰਤ ਵੀ ਨੌਕਰੀ ਦੇ ਲਈ ਗਈ, ਦੋਨਾਂ ਦੀ ਤਨਖਾਹ ਅਲੱਗ ਅਲੱਗ ਹੋ ਗਈ। ਜਦੋਂ ਤਨਖਾਹ ਅਲੱਗ ਅਲੱਗ ਹੋ ਗਈ ਤਾਂ ਆਪਸ ਵਿੱਚ ਡਿਫਰੈਂਸਿਸ ਪੈਣੇ ਸ਼ੁਰੂ ਹੋ ਗਏ। ਫਿਰ ਉੱਥੇ ਫੈਕਟਰੀਆਂ ਦੇ ਵਿੱਚ ਔਰਤਾਂ ਦੇ ਨਾਲ ਜ਼ਿਆਦਤੀਆਂ ਬੜੀਆਂ ਹੋਈਆਂ, ਵੀਕਰ ਸੈਕਸ ਸਮਝਿਆ ਜਾਣ ਕਰਕੇ ਜਾਂ ਵਾਟ ਐਵਰ ਦ ਰੀਜ਼ਨ। ਸੋ ਬੜੀਆਂ ਜ਼ਿਆਦਤੀਆਂ ਹੋਣ ਲੱਗ ਗਈਆਂ। ਉਹਨਾਂ ਦੀ ਯੂਨੀਅਨ ਨਹੀਂ ਸੀ, ਉਹਨਾਂ ਨੇ ਯੂਨੀਅਨਸ ਬਣਾਈਆਂ। ਇਹ ਸਾਰੀ ਹਾਲਾਤ ਦੇ ਵਿੱਚੋਂ ਦੀ ਇੱਕ ਬੜੀ ਜ਼ੋਰਦਾਰ ਮੂਵਮੈਂਟ ਚੱਲੀ ਕਿ ਸਾਨੂੰ ਵੀ ਆਪਣੇ ਹੱਕਾਂ ਦੀ ਲੋੜ ਹੈ। ਵਿਮਨ ਨੇ ਮੂਵਮੈਂਟ ਚਲਾਈ ਤੇ ਜਿਹੜੀ ਬੜੀ ਵੱਡੀ ਅਸਰਦਾਰ, ਦਾ ਮੋਸਟ ਪਾਵਰਫੁਲ ਮੂਵਮੈਂਟ ਬਣ ਕੇ ਨਿਬੜੀ ਆਫ ਦਾ 20th century। ਸੋ ਕਹਿਣ ਤੋਂ ਭਾਵ ਕਿ ਵਿਮਨ ਮੂਵਮੈਂਟ ਦੀਆਂ ਜੜ੍ਹਾਂ ਕਿੱਥੇ ਹਨ, ਇਹਦਾ ਬੀਜ ਕਿੱਥੇ ਹੈ? ਇਹਦੀਆਂ ਜੜ੍ਹਾਂ ਹਨ ਮਰਦ ਤੇ ਔਰਤ ਦੀ ਆਪਸੀ ਜਿਹੜੀ ਡਿਵੀਜ਼ਨਸ ਪੈਦਾ ਹੋ ਗਈਆਂ ਆਫਟਰ ਇੰਡਸਟਰੀਅਲ ਰੈਵੋਲੂਸ਼ਨ। ਤੇ ਉਦੋਂ
ਔਰਤਾਂ ਦੇ ਨਾਲ ਜਿਹੜੀਆਂ ਜ਼ਿਆਦਤੀਆਂ ਹੋਈਆਂ, ਉਹਨਾਂ ਜ਼ਿਆਦਤੀਆਂ ਕਰਕੇ ਜਿਹੜੀ ਬਿਟਰਨੈਸ ਔਰਤਾਂ ਦੇ ਮਨਾਂ ਵਿੱਚ ਪੈਦਾ ਹੋਈ, ਉਸ ਬਿਟਰਨੈਸ ਵਿੱਚੋਂ ਵੂਮਨ ਲਿਬਰੇਸ਼ਨ ਮੂਵਮੈਂਟ ਨਿਕਲੀ। ਤੇ ਦੂਸਰੇ ਪਾਸੇ ਸਿੱਖ ਧਰਮ ਦੇ ਵਿੱਚ ਇਹ ਸਿੱਖ ਮੂਵਮੈਂਟ ਦਾ ਬੇਸ ਕੀ ਹੈ? ਮਨ ਰੇ ਕਿਉਂ ਛੂਟੈ ਬਿਨ ਪਿਆਰ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਸਨੇ ਹੀ ਪ੍ਰਭੂ ਨੂੰ ਪਾਇਆ ਹੈ। ਅਸੀਂ ਸਮੂਹ ਸੰਸਾਰ ਦੇ ਨਾਲ ਪ੍ਰੇਮ ਕਰਦੇ ਹਾਂ, ਸਮੂਹ ਸੰਸਾਰ ਦਾ ਭਲਾ ਮੰਗਦੇ ਹਾਂ, ਸਰਬੱਤ ਦਾ ਭਲਾ ਮੰਗਦੇ ਹਾਂ। ਗੁਰੂ ਨਾਨਕ ਸਾਹਿਬ ਪਿਆਰ ਦੇ ਮੁਜੱਸਮੇ ਸਨ, ਔਰ ਮਨੁੱਖਤਾ ਦੇ ਲਈ ਪਿਆਰ ਦੇ ਵਿੱਚੋਂ ਉਹਨਾਂ ਦਾ ਸਾਰੀ ਫਿਲੋਸਫੀ, ਸਾਰੀ ਧਰਮ ਦਾ ਜਿਹੜਾ ਸਿਧਾਂਤ ਸੀ, ਮਨੁੱਖਤਾ ਲਈ ਪਿਆਰ ਵਿੱਚੋਂ ਨਿਕਲਿਆ। ਮਨੁੱਖਤਾ ਦੇ ਲਈ ਪਿਆਰ ਦੇ ਕਰਕੇ ਉਹਨਾਂ ਨੇ 4 ਉਦਾਸੀਆਂ ਕੀਤੀਆਂ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਅਸੀਂ ਹੁਣੇ ਆਲਰੇਡੀ ਕਰ ਚੁੱਕੇ ਹਾਂ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਸਾਚ ਕਹੋ ਸੁਨ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸੋ ਸਿੱਖ ਧਰਮ ਦੀ ਜੋ ਬੁਨਿਆਦ ਸੀ ਉਹ ਪ੍ਰੇਮ ਸੀ, ਬਿਟਰਨੈਸ ਨਹੀਂ ਸੀ। ਮੈਂ ਇੱਥੇ ਪ੍ਰੋਫੈਸਰ ਪੂਰਨ ਸਿੰਘ ਨੂੰ ਕੋਟ ਕਰਨਾ ਚਾਹਾਂਗੀ। ਉਹ ਕੀ ਲਿਖਦੇ ਹਨ? where the law of love operates, I am quoting, where the law of love operates, there is only justice. None is to be deprived of the freedom, no one is to be deprived of the benefits of his mercy, his capital H. ਜਿੱਥੇ ਪਿਆਰ ਦਾ ਸਿਧਾਂਤ ਹੈ ਉੱਥੇ ਸੁਭਾਵਕ ਹੈ ਕਿ ਹਰ ਮਨੁੱਖ ਦੇ ਲਈ ਜਸਟਿਸ ਹੋਏਗਾ, ਇਨਸਾਫ ਹੋਏਗਾ, ਤੇ ਕਿਸੇ ਮਨੁੱਖ, ਕੋਈ ਵੀ ਮਨੁੱਖ ਉਸ ਪ੍ਰਭੂ ਦੇ ਪਿਆਰ ਤੋਂ ਵਾਂਝਿਆ ਨਹੀਂ ਜਾਏਗਾ। ਉਸ ਪ੍ਰਭੂ ਦੇ ਪਿਆਰ ਦੇ ਵਿੱਚੋਂ ਜਿਹੜਾ ਮਰਸੀ ਨਿਕਲਦੀ ਹੈ, ਜੋ ਮਨੁੱਖਤਾ ਲਈ ਦਰਦ ਨਿਕਲਦਾ ਹੈ, ਉਸ ਤੋਂ ਕੋਈ ਵੀ ਮਨੁੱਖ ਉਸ ਤੋਂ ਵਾਂਝਿਆ ਨਹੀਂ ਜਾਏਗਾ। ਸੋ ਜਿੱਥੇ ਲਾਅ ਆਫ ਲਵ ਹੈ ਉੱਥੇ ਹਮੇਸ਼ਾ ਜਸਟਿਸ ਹੋਏਗਾ। ਤਾਂ ਜੇ ਲਾਅ ਆਫ ਲਵ ਹੈ, ਸਾਰੀ ਮਨੁੱਖਤਾ ਲਈ ਪਿਆਰ ਹੈ, ਤਾਂ ਮਨੁੱਖਤਾ ਦਾ ਅੰਗ ਇਸਤਰੀ ਕਿਵੇਂ ਗੁਰੂ ਨਾਨਕ ਸਾਹਿਬ ਦੇ ਪਿਆਰ ਤੋਂ ਵਾਂਝੀ ਰਹਿ ਸਕਦੀ ਸੀ? Women who form the half of humanity could not be the out of the range of the benevolence and merciful love of the Guru. So Guru Nanak Sahib ਪਹਿਲੇ ਧਾਰਮਿਕ ਮਹਾਪੁਰਸ਼ ਹੋਏ ਹਨ। ਵੈਸੇ ਤੇ ਕਈ ਲੋਕ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਪੰਥ ਚਲਾਇਆ। ਮੈਂ ਕੱਲ ਹੀ ਕਿਤਾਬ ਪੜ੍ਹ ਰਹੀ ਸੀ, ਧਰਮ ਅਲੱਗ ਨਹੀਂ ਸੀ, ਉਹਨੇ ਇੱਕ ਪੰਥ ਚਲਾਇਆ, ਰਸਤਾ ਹੈ ਜਿਸ ਰਸਤੇ ਤੇ ਅਸੀਂ ਚੱਲਣਾ ਹੈ। ਸੋ ਜੋ ਗੁਰੂ ਨਾਨਕ ਸਾਹਿਬ ਨੇ ਜਿਹੜਾ ਪੰਥ ਚਲਾਇਆ, ਨਾਨਕ ਨਿਰਮਲ ਪੰਥ ਚਲਾਇਆ, ਉਹਦੇ ਵਿੱਚ ਸਭ ਤੋਂ ਪਹਿਲੇ ਗੁਰੂ ਸਾਹਿਬ ਨੇ ਔਰਤਾਂ ਦੇ ਹੱਕਾਂ ਦੇ ਲਈ ਆਵਾਜ਼ ਉਠਾਈ। ਕਿਉਂਕਿ ਮੰਦਾ ਆਖੀ ਹੈ ਜਿਸ ਜੰਮੇ ਰਾਜਾ ਕੇਸੀ ਦੇ ਸਮੇਂ ਦੇ ਵਿੱਚ ਜਦੋਂ ਰਾਜਾ ਹੈ ਜਿਹੜਾ ਉਹ ਸਰਵੋਤਮ ਸੀ, ਉਹਨੂੰ ਨੇਕ ਸਮਝਿਆ ਜਾਂਦਾ ਸੀ। ਤਾਂ ਨੇਕ ਕਲੰਕ ਸਮਝੇ ਜਾਣ ਵਾਲੇ ਰਾਜੇ ਦੀ ਜਿਹੜੀ ਮਾਂ ਹੈ ਉਹ ਕਿਵੇਂ ਕਲੰਕ ਨਹੀਂ ਹੋ ਸਕਦੀ ਸੀ? ਇਹ ਆਰਗੂਮੈਂਟ ਗੁਰੂ ਸਾਹਿਬ ਨੇ ਦਿੱਤਾ। ਕਿਉਂਕਿ ਗੁਰੂ ਸਾਹਿਬ ਤੋਂ ਪਹਿਲੇ ਔਰਤ ਨੂੰ ਕਲੰਕ ਨਹੀਂ ਸਮਝਿਆ ਜਾਂਦਾ ਸੀ। ਕਲੰਕਣੀ, ਬਾਗਨ, ਹੋਰ ਕਈ ਅਜਿਹੇ ਨਾਮ ਦਿੱਤੇ ਜਾਂਦੇ ਸੀ। ਤਾਂ ਗੁਰੂ ਸਾਹਿਬ ਨੇ ਕਿਹਾ ਨੇਕ ਕਲੰਕ ਸਮਝੇ ਜਾਣ ਵਾਲੇ ਰਾਜੇ ਦੀ ਮਾਤਾ ਕਲੰਕਣੀ ਨਹੀਂ ਹੋ ਸਕਦੀ। ਸੋ ਇਹ ਦੋ ਜਿਹੜੀਆਂ ਮੂਵਮੈਂਟਸ ਹਨ, ਉਹਨਾਂ ਵਿੱਚ ਬੇਸਿਕ ਡਿਫਰੈਂਸ ਦੀ ਮੈਂ ਗੱਲ ਕਰ ਰਹੀ ਹਾਂ ਕਿ ਇੱਕ ਮੂਵਮੈਂਟ ਬਿਟਰਨੈਸ ਵਿੱਚੋਂ ਨਿਕਲੀ ਹੈ, ਬੇਇਨਸਾਫੀ ਦੀ ਭਾਵਨਾ ਵਿੱਚੋਂ ਨਿਕਲੀ ਹੈ, ਤੇ ਦੂਸਰਾ ਜਿਹੜਾ ਸਿਧਾਂਤ ਨਿਕਲਿਆ ਹੈ ਉਹ ਮਨੁੱਖਤਾ ਦੇ ਲਈ, ਸਮੁੱਚੀ ਮਨੁੱਖਤਾ ਦੇ ਲਈ ਪ੍ਰੇਮ ਦੀ ਭਾਵਨਾ ਵਿੱਚੋਂ ਨਿਕਲਿਆ ਹੈ। ਤਾਂ ਸੁਭਾਵਕ ਹੀ ਹੈ ਜਿੱਥੇ ਬਿਟਰਨੈਸ ਤੋਂ ਗੱਲ ਸ਼ੁਰੂ ਹੋਏਗੀ ਉਹਦੇ ਨਤੀਜੇ ਵੀ ਬਿਟਰ ਨਿਕਲਣਗੇ, ਤੇ ਜਿੱਥੇ ਪ੍ਰੇਮ ਤੋਂ ਗੱਲ ਸ਼ੁਰੂ ਹੋਏਗੀ ਉੱਥੇ ਨਤੀਜੇ ਵੀ ਪ੍ਰੇਮ ਭਰਪੂਰ ਹੋਣਗੇ। ਇਹੀ ਕਾਰਨ ਸੀ ਕਿ ਵਿਮਨ ਮੂਵਮੈਂਟ ਜਿਹਨੇ ਔਰਤਾਂ ਦੇ ਹੱਕਾਂ ਦੇ ਲਈ ਆਵਾਜ਼ ਉਠਾਈ, ਉਹ 20 ਸਾਲ ਬਹੁਤ ਜ਼ੋਰ ਨਾਲ ਚੱਲੀ, ਪਰ 20 ਸਾਲ ਬਾਅਦ ਜਿਹੜੀਆਂ ਵਿਮਨ ਮੂਵਮੈਂਟ ਦੀਆਂ ਲੀਡਰ ਸਨ ਉਹਨਾਂ ਨੂੰ ਹੀ ਆਪਣਾ ਜਿਹੜਾ ਸਟੈਂਡ ਸੀ ਰਿਵਰਸ ਕਰਨਾ ਪਿਆ। ਬੈਟੀ ਫਰਾਈਡਨ ਨੂੰ ਕਿਹਾ ਜਾਂਦਾ ਹੈ the author, the activist now National Organization of Women ਦੀ president ਸੀ।
उसने किताब लिखी सी फेमिनिन मिस्टीक। उसने उस किताब बारे क्या है कि इस किताब ने दिस बुक पुल्ड द ट्रिगर्ड ऑन वुमेन मूवमेंट मूवमेंट ਨੂੰ ਜਿਹੜਾ ਜ਼ੋਰ ਨਾਲ ਖਿੱਚਿਆ ਉਹ ਇਸ ਕਿਤਾਬ ਨੇ ਖਿੱਚਿਆ। ਤਾਂ 20 ਸਾਲ ਬਾਅਦ ਉਹ ਕੀ ਕਹਿ ਰਹੀ ਹੈ, ਬੈਟੀ ਫਰਾਈਡਨ ਦੀ ਮੈਂ ਗੱਲ ਕਰ ਰਹੀ ਹਾਂ, ਉਸਨੂੰ ਕੋਟ ਕਰ ਰਹੀ ਹਾਂ। ਉਹ ਕਹਿ ਰਹੀ ਹੈ, I am tired of the earthbound battles of women's movement, tired of rhetoric. I want to live the rest of my life. 20 ਸਾਲ ਬਾਅਦ ਜਦੋਂ ਉਹਨੇ ਆਪਣੀ ਵੂਮਨ ਮੂਵਮੈਂਟ ਦੇ ਰਿਜ਼ਲਟ ਦੇਖੇ, ਦੇਖੋ ਸੀ ਉਹ ਕੀ ਕਹਿੰਦੀ ਹੈ, from the experience of women in their 30s and 40s to whom I have been talking, who have been juggling, trying to put it all together in the last 10 years of making first one choice, then another, I get a sense that these new questions have to be pressed further and the alternatives demanded from society to give women real choices, easier to work, love and live with. So 30 ਸਾਲ ਬਾਅਦ 20 ਸਾਲ ਬਾਅਦ ਉਹਨੇ ਇੱਕ ਹੋਰ ਕਿਤਾਬ ਲਿਖੀ ਦਾ ਸੈਕੰਡ ਸਟੇਜ, ਕਿ ਹੁਣ ਸੈਕੰਡ ਸਟੇਜ ਆ ਗਈ ਹੈ ਵੂਮਨ ਮੂਵਮੈਂਟ ਦੀ, ਜਿਹਦੇ ਵਿੱਚ ਉਹ ਕਹੇ ਕਿ I want to live the rest of my life. So she is tired of the pragmatic earthbound battles of the women movement, tired of rhetoric. मैं इस रौले रप्पे तो वुमेन हक्कां दी ਜਿਹੜੀ ਗੱਲ ਕੀਤੀ ਜਾ ਰਹੀ ਹੈ, मैं उस तो तंग आ गई हाँ, क्योंकि मैं देख रही हाँ कि जिन्ने भी मेरी नेक्स्ट जनरेशन ਦੇ ਬੱਚੇ ਹਨ ਉਹਨਾਂ ਲਈ ਲਾਈਫ ਜ਼ਿਆਦਾ ਔਖੀ ਹੋ ਗਈ ਹੈ। ਇੱਥੇ ਮੈਂ ਇੱਕ ਹੋਰ ਆਥਰ ਨੂੰ ਕੋਟ ਕਰਨਾ ਚਾਹਾਂਗੀ, ਜਿਹਦੇ ਵਿੱਚ ਉਹ ਕੀ ਕਹਿ ਰਹੀ ਹੈ, ਜੇਮਸ ਵਿਲੀਅਮਸਨ ਸੀ, ਜਿਸਨੇ ਕਿਤਾਬ ਲਿਖੀ ਹੈ ਵੂਮਨਸ ਵਰਕ। ਸ਼ੀ ਕੋਟਸ ਸਮਬਡੀ, ਉਹ ਕਹਿ ਰਹੀ ਹੈ ਕਿ ਅਸੀਂ ਗਰੁੱਪ ਵਿੱਚ ਬੈਠੇ ਹੋਏ ਸੀ, ਵੀ ਵਰ ਹੈਵਿੰਗ ਮੀਟਿੰਗ, ਜਿੱਥੇ ਕਿਸੇ ਨੇ ਦੱਸਿਆ ਕਿ ਵਿਮਨ ਬਾਰੇ, ਉਸਨੇ ਕਿਹਾ, ਸ਼ੀ ਸੈਡ ਕਿ I am writing a new book on women। ਤਾਂ ਕਹਿੰਦੀ ਤਾਂ ਕਿਸੇ ਔਰਤ ਨੇ ਕੀ ਰਿਮਾਰਕ ਦਿੱਤਾ, a new book on women who have been to hell and ਓਂਕਾਰ ਵੀਰ back। ਜੀ ਸਾਰਿਆਂ ਨੂੰ ਮਿਊਟ ਕਰ ਦਿਓ, ਸਮਝ ਨਹੀਂ ਆ ਰਹੀ। ਅਮਰਪਾਲ ਸਿੰਘ ਇੱਕ ਮਿੰਟ ਭੈਣ ਜੀ, ਇੱਕ ਮਿੰਟ, ਮੈਂ ਮਿਊਟ ਕਰਦਾ ਜੀ ਸਾਰਿਆਂ ਨੂੰ, ਪਰ ਤੁਸੀਂ ਅਨਮਿਊਟ ਕਰ ਲੈਣਾ ਆਪਣਾ ਜੀ। ਸਾਰੇ ਮਿਊਟ ਕਰ ਦਿਓ ਪਲੀਜ਼। ਕਰ ਦਿੱਤਾ ਜੀ ਭੈਣ ਜੀ, ਅਨਮਿਊਟ ਕਰ ਲਓ ਜੀ ਹੁਣ ਤੁਸੀਂ। ਅਨਮਿਊਟ ਕਰ ਲਓ ਭੈਣ ਜੀ। ਹਾਂਜੀ ਹਾਂਜੀ ਠੀਕ ਹੈ ਜੀ, ਠੀਕ ਹੈ, I didn't know that। ਹਾਂਜੀ, ਸੋ ਉਹ ਕੀ ਕਹਿ ਰਹੀ ਹੈ, ਕਿਸੇ ਲੇਡੀ ਨੇ ਜਵਾਬ ਦਿੱਤਾ ਕਿ women, we women who have been to hell and back, ਇੱਕ ਔਰਤ ਮਰੀਅਨ ਵਿਲੀਅਮਸਨ, ਉਹ ਗਰੁੱਪ ਵਿੱਚ ਬੈਠੇ ਕਹਿੰਦੀ ਹੈ ਕਿ ਮੈਂ ਇੱਕ ਕਿਤਾਬ ਲਿਖ ਰਹੀ ਹਾਂ on women। ਉਹ ਕਹਿੰਦੀ ਅਸੀਂ ਤੰਗ ਆ ਗਏ women ਤੇ ਕਿਤਾਬਾਂ ਲਿਖੀਆਂ ਨੂੰ। we women book on a new book on women, women who have been to hell and back। ਸੋ ਇਹ women movement ਤੋਂ ਬਾਅਦ ਔਰਤਾਂ ਕੀ ਫੀਲ ਕਰ ਰਹੀਆਂ ਹਨ, ਕਹਿੰਦੀਆਂ ਕਿ ਅਸੀਂ ਇਸ ਕਲੱਬ ਨੂੰ ਬਿਲੋਂਗ ਕਰਦੀਆਂ ਹਨ। how strange that this should be the club that we belong to, women who have been to hell and back। ਅਸੀਂ hell ਵਿੱਚ ਗਏ ਹਾਂ ਤੇ ਅਸੀਂ ਉਹਦੇ ਚ ਵਾਪਸ ਆਏ ਹਾਂ। ਕਿਵੇਂ? ਉਹ ਕੀ ਕਹਿ ਰਹੀ ਹੈ, ਕਹਿੰਦੇ most of us have known at least one divorce or one devastating breakup, whether we are married or not. Other circumstances can get us into club as well: abortion, disease, a variety of public or private humiliations, drugs, alcohol, death of a loved one, incompetent parents, and sick children. It's everything we thought life would never be like. We don't feel self-pity as much as fear and deep grief. Such has been our women quest. So, ਇਹ women leaders ਦੀਆਂ ਨੂੰ ਮੈਂ ਕੁਝ ਨੂੰ ਕੋਟ ਕੀਤਾ, ਜਿਹੜੀ women movement ਤੋਂ ਬਾਅਦ ਉਹ ਦੱਸ ਰਹੀਆਂ ਹਨ ਕਿ ਸਾਡਾ how do we feel. Now, let us come to the Sikh thought on women। ਜੇ ਅਸੀਂ ਸਿੱਖ ਹਿਸਟਰੀ ਦੇਖੀਏ, ਸਿੱਖ ਕਲਚਰ ਦੇਖੀਏ, ਤਾਂ 500 ਸਾਲ ਪਹਿਲੇ, 550 ਸਾਲ ਹੁਣ ਹੋ ਗਏ,
ਗੁਰੂ ਸਾਹਿਬ ਨੇ ਆਵਾਜ਼ ਪਹਿਲੇ ਉਠਾਈ ਸੀ, ਸੋ ਕਿਉ ਮੰਦਾ ਆਖੀਏ ਜਦ ਜੰਮੇ ਰਾਜਾਨ, ਤੇ ਉਸ ਤੋਂ ਬਾਅਦ ਇਹ ਕੇਵਲ ਆਵਾਜ਼ ਹੀ ਨਹੀਂ ਸੀ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਸੀਂ ਪੜ੍ਹੀਏ ਤਾਂ we find that woman is the central character of the Bani of Guru Granth Sahib. It is Guru Granth Sahib has been written in the voice of a woman. It is her aspirations, it is her feelings, it is her longings that have been given expression to. ਪਰਮਾਤਮਾ ਦਾ ਮਨੁੱਖ ਦਾ ਪਰਮਾਤਮਾ ਨਾਲ ਪਿਆਰ ਦੀ ਗੱਲ ਕਰਦਿਆਂ ਗੁਰੂ ਸਾਹਿਬ ਨੇ ਜੇ ਕੋਈ ਮੈਟਾਫਰ ਯੂਜ਼ ਕਰਨਾ ਸੀ ਤਾਂ ਉਹਨਾਂ ਨੂੰ ਪਤੀ ਪਤਨੀ ਦੇ ਪਿਆਰ ਤੋਂ ਵੱਡਾ ਮੈਟਾਫਰ ਨਹੀਂ ਮਿਲਿਆ। We should realize that it is a metaphor, ਔਰ ਮੈਟਾਫਰ ਵਿੱਚ ਬੜੀ ਸਿਮਿਲੈਰਿਟੀ ਹੁੰਦੀ ਹੈ ਕਿ ਪਤਨੀ ਦਾ ਜੋ ਪਤੀ ਲਈ ਪਿਆਰ ਹੈ ਉਸ ਦੀ ਗੱਲ ਕਰਦਿਆਂ, ਉਸ ਦੀ ਐਗਜ਼ਾਮਪਲ ਦਿੰਦਿਆਂ ਗੁਰੂ ਸਾਹਿਬ ਨੇ ਪਰਮਾਤਮਾ ਨਾਲ ਪਿਆਰ ਦੀ ਗੱਲ ਕੀਤੀ ਹੈ। ਤੇ ਸਾਰੀ ਮਨੁੱਖਤਾ ਨੂੰ ਇਸਤਰੀ ਬਣ ਕੇ ਇਸਤਰੀ ਰੂਪ ਵਿੱਚ ਚਿਤਵਿਆ ਗਿਆ ਹੈ। ਸਾਰੀ ਮਨੁੱਖਤਾ, ਅਸੀਂ ਇਹ ਵਿਮਨ ਮੂਵਮੈਂਟ ਦੀਆਂ ਔਰਤਾਂ ਦੀ ਇਹ ਸ਼ਿਕਾਇਤ ਸੀ ਕਿ why mankind is called man, why don't we call it womankind, ਇਸ ਨੂੰ ਕਿਉਂ ਨਹੀਂ ਕਿਹਾ ਜਾਂਦਾ, ਇਸ ਨੂੰ mankind ਕਿਉਂ ਕਿਹਾ ਜਾਂਦਾ ਹੈ। ਅਸੀਂ ਫਿਰ ਵਿਮਨ ਨੇ ਇਹ ਵੀ ਗੱਲ ਕੀਤੀ, ਸਿਸਟਰਹੁੱਡ ਦੀ ਵੀ ਉਹਨਾਂ ਨੇ ਇਹ ਗੱਲ ਸ਼ੁਰੂ ਕੀਤੀ, ਦਾ ਹੋਲ ਹਿਊਮੈਨਿਟੀ ਸਿਸਟਰਹੁੱਡ ਹੋਣੀ ਚਾਹੀਦੀ ਹੈ। ਇਹ ਸਿਸਟਰਹੁੱਡ ਇਜ਼ ਪਾਵਰਫੁਲ। ਸਾਰੀਆਂ ਔਰਤਾਂ ਨੇ ਕਿਹਾ ਲੈਟ ਅਸ ਗੈਟ ਟੂਗੇਦਰ, ਵੀ ਸਿਸਟਰਸ ਐਂਡ ਵੀ ਆਰ ਵੈਰੀ ਪਾਵਰਫੁਲ। ਤੇ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਿਸਟਰਹੁੱਡ ਇਜ਼ ਪਾਵਰਫੁਲ। ਸਖੀ ਆਓ ਸਖੀ ਵਸ ਆਓ ਸਖੀ, ਅਸੀਂ ਪਿਰ ਕਾ ਮੰਗਲ ਗਾਵੇ। ਸੋ ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ। ਜਦੋਂ ਗੁਰੂ ਸਾਹਿਬ ਨੇ ਭਰਾ ਦੀ ਵੀ ਗੱਲ ਕੀਤੀ ਹੈ, ਮੇਰੇ ਭਾਈ ਗੁਰਸਿੱਖ ਰਹਿਤ ਸੁਣੋ ਮੇਰੇ ਮੀਤ ਦੀ ਵੀ ਗੱਲ ਕੀਤੀ ਹੈ, ਰਾਖ ਲਿਓ ਭਾਈ ਮੇਰੇ ਕੋ ਵੀ, ਇਹ ਵੀ ਗੱਲ ਕੀਤੀ ਹੈ। ਪਰ ਜਦੋਂ ਗੁਰੂ ਸਾਹਿਬ ਫੇਸ ਟੂ ਫੇਸ ਪਰਮਾਤਮਾ ਦੇ ਨਾਲ ਵਾਰਤਾਲਾਪ ਦੇ ਚਾਹੁੰਦੇ ਨੇ ਤੇ ਉੱਥੇ ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਚਿਤਰਦੇ ਨੇ। ਹਰਨੀ ਹੋਵਾਂ ਬਨ ਬਸਾਂ, ਹਰਨ ਨਹੀਂ ਕਿਹਾ, ਮਛਲੀ ਹੋਵਾਂ ਜਲ ਬਸਾਂ, ਮੈਂ ਕਾਮਨ ਮੇਰਾ ਕੰਤ ਕਰਤਾ। ਸੋ ਆਪਣੇ ਆਪ ਨੂੰ ਕਾਮਨ ਰੂਪ ਵਿੱਚ ਚਿਤਵਿਆ ਹੈ। ਸੋ ਇਹ ਅੱਜ ਇਸਤਰੀਆਂ ਦੇ ਲਈ ਇੱਕ ਬੜੀ ਵੱਡੀ ਮਾਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਇੱਕ ਮਰਦ ਹੁੰਦੇ ਹੋਏ ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਚਿਤਵਦੇ ਹਨ। ਤੇ ਜਦੋਂ ਉਹਨਾਂ ਨੇ ਆਪਣੀ ਧੁਰ ਅੰਦਰ ਦੀ ਗੱਲ ਪਰਮਾਤਮਾ ਦੇ ਨਾਲ ਕਰਨੀ ਹੈ ਤਾਂ ਉਹ ਆਪਣੇ ਆਪ ਨੂੰ ਇਸਤਰੀ ਰੂਪ ਵਿੱਚ ਚਿਤਵਦੇ ਹਨ, ਕਿਉਂਕਿ ਉਹ ਸਮਝਦੇ ਹਨ ਕਿ ਪਿਆਰ ਦੀ ਜੋ ਲੌਂਗਿੰਗ, ਜੋ ਨੈਚੁਰਲ ਲੌਂਗਿੰਗ ਹੈ ਫॉर ਲਵ, that is so strong, that is so intense in the heart of a woman that nobody else can match it. ਸੋ ਉਹ ਕੀ ਕਹਿੰਦੇ ਹਨ, ਇਸ ਤੋਂ ਇਲਾਵਾ ਇਸ ਤੋਂ ਉੱਪਰ ਹੋ ਜਾਂਦੇ ਹਨ। ਜਿੱਥੇ ਵੂਮਨ ਮੂਵਮੈਂਟ ਦੀਆਂ ਇਸ ਤਰ੍ਹਾਂ ਸਾਰੀ ਉਮਰ ਝਗੜਾ ਕਰਦੀਆਂ, ਲੜਦੀਆਂ ਹਨ ਕਿ ਸਾਨੂੰ ਮਨੁੱਖਾਂ ਮਰਦਾਂ ਦੇ ਬਰਾਬਰ ਹੱਕ ਦਿਓ, ਇੱਥੇ ਗੁਰੂ ਸਾਹਿਬ ਗੁਰਬਾਣੀ ਵਿੱਚ ਕੀ ਕਹਿ ਰਹੇ ਹਨ ਕਿ ਹੇ ਮਨੁੱਖ, ਤੇਰਾ ਸਭ ਤੋਂ ਵੱਡਾ ਉੱਚਾ ਆਦਰਸ਼ ਕੀ ਹੈ? ਆਪਣੇ ਅਧਿਆਤਮਕ ਆਪੇ ਦੀ ਪਹਿਚਾਣ ਕਰਨਾ, ਸੈਲਫ ਰਿਅਲਾਈਜੇਸ਼ਨ, ਪ੍ਰਭੂ ਪਤੀ ਦੀ ਪ੍ਰਾਪਤੀ। ਤੇ ਜੇ ਤੂੰ ਪ੍ਰਭੂ ਪਤੀ ਨੂੰ ਪ੍ਰਾਪਤ ਕਰਨਾ ਹੈ ਤਾਂ ਤਰੀਕਾ ਕਿਹਦੇ ਕੋਲੋਂ ਸਿੱਖ? ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਜੇ ਤੂੰ ਪ੍ਰਭੂ ਪਤੀ ਨੂੰ ਪਾਣਾ ਹੈ ਤਾਂ ਤਰੀਕਾ ਕਿਹਦੇ ਕੋਲੋਂ ਪੁੱਛ? ਕਿਸੇ ਸੰਨਿਆਸੀ ਕੋਲ ਜਾ ਕੇ ਪੁੱਛਣ ਦੀ ਲੋੜ ਨਹੀਂ ਜਿਹੜਾ ਜੰਗਲਾਂ ਦੇ ਵਿੱਚ ਬੈਠਾ ਹੈ, ਜਾਂ ਕਿਸੇ ਰਾਜੇ ਕੋਲੋਂ ਪੁੱਛਣ ਦੀ ਲੋੜ ਨਹੀਂ ਜਿਹਨੇ ਸਾਰੇ ਸੰਸਾਰ ਤੇ ਰਾਜ ਕੀਤਾ ਹੈ। ਤਾਂ ਤੂੰ ਉਸ ਸੁਹਾਗਣ ਇਸਤਰੀ ਕੋਲੋਂ ਜਾ ਕੇ ਤਰੀਕਾ ਪੁੱਛ ਪਰਮਾਤਮਾ ਨੂੰ ਮਿਲਣ ਦਾ, ਜਿਹੜਾ ਇਸਤਰੀ ਨੇ ਪਾਇਆ ਹੈ। ਇਸਤਰੀ ਕੋਲੋਂ ਪੁੱਛ, ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ। ਪਿਛਲੇ ਹਫ਼ਤੇ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਨੇ ਗੱਲ ਕੀਤੀ ਸੀ ਕਿ ਗੁਰਬਾਣੀ ਕੁਐਸਚਨਸ ਕਰਦੀ ਹੈ ਤੇ ਫਿਰ ਆਨਸਰ ਵੀ ਦਿੰਦੀ ਹੈ। ਉਹਨਾਂ ਨੇ ਦੱਸਿਆ ਸੀ
he gave the number of the questions that are there in Guru Granth Sahib, some hundreds, I think 400 something ਉਹਨਾਂ ਨੇ ਕਿਹਾ ਸੀ ਕਿ ਪ੍ਰਸ਼ਨ ਪੁੱਛੇ ਗਏ ਹਨ ਗੁਰਬਾਣੀ ਦੇ ਵਿੱਚ। ਤੇ ਇੱਥੇ ਵੀ ਇੱਕ ਪ੍ਰਸ਼ਨ ਹੈ, ਜਾਏ ਪੁੱਛੋ ਸੁਹਾਗਣੀ, हे ਮਨੁੱਖ ਜੇ ਤੂੰ ਪਰਮਾਤਮਾ ਨੂੰ ਤਰੀਕਾ ਪਾਣਾ ਹੈ ਤਾਂ ਕੀ ਤਰੀਕਾ ਹੈ? ਜਾ ਕੇ ਸੁਹਾਗਣ ਇਸਤਰੀ ਨੂੰ ਪੁੱਛ, ਤੁਸੀਂ ਰਾਵਿਆ ਕਿੰਨੀ ਗੁਣੀ, ਤੇ ਕਿਵੇਂ ਤੁਸੀਂ ਪ੍ਰਭੂ ਪਤੀ ਨੂੰ ਪਾਲਿਆ ਹੈ? ਤਾਂ ਇਸਤਰੀ ਕੀ ਜਵਾਬ ਦਿੰਦੀ ਹੈ? ਨੈਕਸਟ ਲਾਈਨ ਵਿੱਚ ਵੀ ਜਵਾਬ ਹੈ। ਕੀ ਜਵਾਬ ਹੈ? ਸਹਿਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ, ਕਿ ਮੈਂ ਆਪਣੇ ਪ੍ਰਭੂ ਪਤੀ ਨੂੰ ਕਿਵੇਂ ਪਾਇਆ ਹੈ। ਇੱਥੇ ਦੁਨਿਆਵੀ ਦੀ ਗੱਲ ਹੋ ਰਹੀ ਹੈ, ਦੁਨਿਆਵੀ ਪਤੀ ਦੀ ਗੱਲ ਹੋ ਰਹੀ ਹੈ, ਪਰ ਗੁਰਬਾਣੀ ਦਾ ਸੱਚ ਜੋ ਹੈ ਨਾ, ਮੈਂ ਆਈ ਟੇਕ ਦਿਸ ਪ੍ਰੋਪੋਜੀਸ਼ਨ ਕਿ ਗੁਰਬਾਣੀ ਦਾ ਸੱਚ ਹੈ ਜਿਹੜਾ ਅਟਲ ਸੱਚਾਈ ਹੈ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਹ ਹਮੇਸ਼ਾ ਤੇ ਹਮੇਸ਼ਾ ਲਈ ਸੱਚ ਹੈ, ਪਹਿਲੇ ਵੀ ਸੱਚ ਸੀ, ਅੱਜ ਵੀ ਸੱਚ ਹੈ, ਅੱਗੋਂ ਵੀ ਸੱਚ ਰਹੇਗਾ। ਤੇ ਜਿਹੜਾ ਗੁਰਬਾਣੀ ਦਾ ਸੱਚ ਪਤੀ ਪਤਨੀ ਦੇ ਪ੍ਰੇਮ ਲਈ ਸੱਚ ਹੈ ਨਾ, ਇਹ ਸੰਸਾਰ ਲਈ ਸੱਚ ਹੈ, ਅਗਲੇ ਸੰਸਾਰ ਲਈ ਵੀ ਸੱਚ ਹੈ। ਆਦ ਸੱਚ ਜੁਗਾਦ ਸੱਚ ਤੇ ਹੈ ਹੀ ਹੈ, ਉਹ ਲੋਕ ਲਈ ਵੀ ਸੱਚ ਹੈ, ਪਰ ਲੋਕ ਲਈ ਵੀ ਸੱਚ ਹੈ। ਸੋ ਜੇ ਅਸੀਂ ਪ੍ਰਭੂ ਪਤੀ ਨੂੰ ਪਾਣਾ ਹੈ, ਪਰ ਲੋਕ ਲਈ ਇਹ ਸੱਚ ਅਸੀਂ ਲੱਭਣਾ ਹੈ, ਇਸ ਸੱਚ ਦੀ ਭਾਲ ਕਰਨੀ ਹੈ, ਤਾਂ ਉਹੀ ਗੁਣ ਅਪਣਾਉਣੇ ਪੈਣਗੇ। ਸਹਿਜ ਸੰਤੋਖ ਦੇ ਨਾਲ ਸਿਗਾਰੇ ਜਾਣਾ, ਇਹ ਗੁਣਾਂ ਨੂੰ ਧਾਰਨ ਕਰਨਾ ਤੇ ਮਿੱਠਾ ਬੋਲਣਾ। ਸੋ ਮੈਂ ਇਹਨਾਂ ਗੱਲਾਂ ਦੇ ਨਾਲ, ਇਹਨਾਂ ਗੁਣਾਂ ਦੇ ਨਾਲ ਮੈਂ ਪ੍ਰਭੂ ਪਤੀ ਨੂੰ ਪਾ ਸਕਦੀ ਹਾਂ। ਇਹ ਜਵਾਬ ਹੈ। ਇੱਕ ਹੋਰ ਕੁਐਸਚਨ ਆਉਂਦਾ, ਨਿਮਨ ਸੋ ਅੱਖਰ ਖਮਨ ਗੁਣ, ਕਮਨ ਸੋ ਅੱਖਰ ਕਮਨ ਗੁਣ, ਕਮਨ ਸੋ ਮਨੀਆ ਮੰਤ, ਕਮਨ ਸੋ ਵੇਸੋ ਹੋਂ ਕਰੀ, ਜਿਸ ਵਾਸੇ ਆਵੇ ਕੰਤ। ਬਾਬਾ ਫਰੀਦ ਜੀ ਦਾ ਸ਼ਲੋਕ ਹੈ ਕਿ ਕਿਹੜੇ ਗੁਣ ਮੈਂ ਧਾਰਨ ਕਰਾਂ ਕਿ ਮੈਨੂੰ ਪ੍ਰਭੂ ਪਤੀ ਪ੍ਰਾਪਤ ਹੋਵੇ। ਤਾਂ ਜਵਾਬ ਕੀ ਹੈ? ਨਿਮਨ ਸੋ ਅੱਖਰ ਖਮਨ ਗੁਣ, ਜੇਬਾ ਮਣੀਆ ਮੰਤ। ਨਿਮਰਤਾ, ਖਿਮਾ ਦਾ ਗੁਣ ਤੇ ਜੇਬਾ ਮਣੀਆ ਮੰਤ, ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਇਹ ਭੈਣੇ, ਸੋ ਇੱਥੇ ਭੈਣੇ ਕੇਵਲ ਇਸਤਰੀਆਂ ਨਹੀਂ ਹਨ, ਇਹ ਜੀਵ ਇਸਤਰੀ ਜੋ ਹੈ, ਸਾਰਾ ਜਿਹੜਾ ਮਨੁੱਖ ਸਮਾਜ ਹੈ, ਇਹ ਉਸ ਦੀ ਗੱਲ ਕੀਤੀ ਗਈ ਹੈ। ਸੋ ਇਹ ਇਸਤਰੀਆਂ ਦੇ ਲਈ ਮਾਣ ਵਾਲੀ ਗੱਲ ਹੈ ਕਿ ਜਿੱਥੇ ਵੈਸਟ ਦੀਆਂ ਵੂਮਨ ਕਹਿੰਦੀਆਂ ਹਨ ਕਿ ਸਾਨੂੰ ਮਰਦਾਂ ਦੇ ਬਰਾਬਰ ਦਰਜਾ ਦਿਓ, ਸਿੱਖ ਧਰਮ ਦੀ ਗੁਰਬਾਣੀ ਦੇ ਵਿੱਚ ਕੀ ਮਰਦਾਂ ਨੂੰ ਕਿਹਾ ਗਿਆ ਹੈ ਕਿ ਹੇ ਮਰਦ, ਜੇ ਤੂੰ ਜੀਵਨ ਦਾ ਉੱਚਤਮ ਆਦਰਸ਼ ਪ੍ਰਾਪਤ ਕਰਨਾ ਹੈ। ਉੱਚਤਮ ਆਦਰਸ਼ ਕੀ ਹੈ? ਸਭ ਤੋਂ ਉੱਚਾ ਆਦਰਸ਼ ਅਸੀਂ ਇਹੀ ਕਹਿੰਦੇ ਹਾਂ, ਪ੍ਰਭੂ ਦੀ ਪ੍ਰਾਪਤੀ, ਆਪਣੇ ਅਧਿਆਤਮਕ ਆਪੇ ਦੀ ਪਹਿਚਾਣ। ਤਾਂ ਇਹ ਆਦਰਸ਼ ਪ੍ਰਾਪਤ ਕਰਨ ਲਈ ਤੈਨੂੰ ਇਸਤਰੀ ਨੂੰ ਆਪਣੇ ਵੱਲ, ਇਸਤਰੀ ਵਰਗਾ ਬਣਨਾ ਪਏਗਾ। ਬੀ ਲਾਈਕ ਅ ਵੂਮਨ, ਉਹ ਉਸ ਤਰੀਕੇ ਦੇ ਉਹ ਗੁਣ ਧਾਰਨ ਕਰ। ਸੋ ਇਹ ਬੇਸਿਕ ਡਿਫਰੈਂਸ ਹੈ ਵੈਸਟਰੀ ਵੂਮਨ ਲਿਬਰੇਸ਼ਨ ਮੂਵਮੈਂਟ ਦੇ ਵਿੱਚ ਔਰ ਸਿੱਖ ਧਰਮ ਦੀ ਜੋ ਇਸਤਰੀ ਬਾਰੇ ਜੋ ਫਿਲਾਸਫੀ ਹੈ। ਦਿਸ ਇਜ਼ ਦ ਬੇਸਿਕ ਡਿਫਰੈਂਸ। ਔਰ ਇਸ ਬੇਸਿਕ ਡਿਫਰੈਂਸ ਕਰਕੇ ਕੀ ਹੋਇਆ ਕਿ ਸਿੱਖ ਜਦੋਂ ਇਸਤਰੀਆਂ ਲੜੀਆਂ ਵੂਮਨ ਮੂਵਮੈਂਟ ਦੇ ਵਿੱਚ ਕਿ ਸਾਨੂੰ ਮਰਦਾਂ ਦੇ ਬਰਾਬਰ ਹੱਕ ਦਿਓ, ਜੇ ਮਰਦ ਸ਼ਰਾਬ ਪੀਂਦਾ ਤਾਂ ਮੈਂ ਵੀ ਸ਼ਰਾਬ ਪੀਵਾਂਗੀ, ਜੇ ਮਰਦ ਜਿਹੜਾ ਹੈ ਉਹ ਅੱਧੀ ਰਾਤ ਤੱਕ ਬਾਹਰ ਜਾ ਸਕਦਾ ਹੈ, ਮੈਂ ਵੀ। if a man can have extramarital relationships, why can't I have lesbianism and ਜੋ ਗੇ ਦੀ ਗੱਲ ਚੱਲੀ ਉਹਨਾਂ ਦਿਨਾਂ ਦੇ ਵਿੱਚ। ਸੋ ਸਾਰੇ ਜਿਹੜੀਆਂ ਇਹ ਸਾਰੀਆਂ ਪ੍ਰੋਬਲਮਸ ਉਦੋਂ ਸਟਾਰਟ ਹੋਈਆਂ ਜਦੋਂ ਅਸੀਂ ਇਹ ਕਹਿਣ ਲੱਗ ਪਏ ਕਿ ਅਸੀਂ we want to be like men. We are not identical to men. A woman has her own aspiration, her own longings, which the leaders of the women movement forgot in their race for equality with men. They forgot ਕਿ ਸਾਡੀ ਆਪਣੀ ਆਈਡੈਂਟੀਟੀ ਹੈ, ਸਾਨੂੰ ਪਰਮਾਤਮਾ ਨੇ ਯੂਨੀਕ ਬਣਾਇਆ ਹੈ, ਸਾਨੂੰ ਉਹ ਗੁਣ ਦਿੱਤੇ ਹਨ, ਜੋ ਸਾਨੂੰ ਉਹ ਕੈਪੈਸਿਟੀਜ਼ ਦਿੱਤੀਆਂ ਹਨ ਜੋ ਮਰਦ ਨੂੰ ਨਹੀਂ ਦਿੱਤੀਆਂ। Only last night I was sitting with a friend, ਮੇਰੀ ਇੱਕ ਫਰੈਂਡ ਦੀ ਬੇਟੀ who is working in World Bank ਵਾਸ਼ਿੰਗਟਨ ਦੇ ਵਿੱਚ, ਔਰ ਕਹਿ ਰਹੀ ਸੀ ਕਿ ਆਂਟੀ ਸਾਨੂੰ ਹਾਲੇ ਵੀ, ਅਸੀਂ ਇੰਨੀ ਵੂਮਨ ਮੂਵਮੈਂਟ ਲੜੀ, ਹਾਲੇ ਵੀ ਸਾਨੂੰ ਬਰਾਬਰੀ ਦੇ ਹੱਕ ਨਹੀਂ ਮਿਲੇ। I feel very bitter. ਸਾਨੂੰ ਵੀ ਤਨਖਾਹ ਅੱਜ ਵੀ ਸਾਨੂੰ ਮਰਦਾਂ ਦੇ ਜਿਹੜੇ ਸਾਡੇ ਮੇਲ ਕੁਲੀਗਸ ਹਨ ਉਹਨਾਂ ਨਾਲੋਂ ਸਾਨੂੰ 30% ਤਨਖਾਹ ਘੱਟ ਮਿਲਦੀ ਹੈ। ਇੰਨੀ ਸਟਰਗਲ ਅਸੀਂ ਕੀਤੀ। ਸੋ ਇੰਨੀ ਸਟਰਗਲ ਕਰਨ ਤੋਂ ਬਾਅਦ ਵੀ ਹਾਲੇ ਵੀ ਅਸੀਂ ਉਹ ਕੁਛ ਨਹੀਂ ਪ੍ਰਾਪਤ ਕਰ ਸਕੇ ਜੋ ਅਸੀਂ ਚਾਹੁੰਦੇ ਸੀ ਕਰਨਾ ਤੇ ਜੋ ਸਾਡਾ ਰਾਈਟ ਬਣਦਾ ਸੀ।
ਉਹ ਅੱਜ ਨਹੀਂ ਪ੍ਰਾਪਤ ਕਰ ਸਕੇ ਬਿਕੋਜ਼ ਵੀ ਫੌਟ ਅਰਥ ਬਾਉਂਡ ਬੈਟਲਸ, ਜਦੋਂ ਕਿ ਗੁਰੂ ਸਾਹਿਬ ਨੇ ਸਾਡੀਆਂ ਜਿਹੜੇ ਸਾਨੂੰ ਬੈਟਲ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਗੁਰੂ ਸਾਹਿਬ ਨੇ ਤੇ ਇਹ ਕਿਹਾ ਕਿ ਹੇ ਇਸਤਰੀ, ਤੂੰ ਰੱਬ ਦੀ ਬਣਾਈ ਹੋਈ ਇੱਕ ਅਨੂਠੀ ਘਾੜਤ ਹੈ, ਤੂੰ ਆਪਣੇ ਆਪ ਨੂੰ ਪਹਿਚਾਣ, ਤੂੰ ਆਪਣੇ ਆਪ ਨੂੰ ਪਹਿਚਾਣ। ਅਧਿਕਾਰਾਂ ਦੀ ਗੱਲ ਨਾ ਕਰ, ਤੇਰੀਆਂ ਅਧਿਕਾਰਾਂ ਲਈ ਲੜਨ ਲਈ ਮੈਂ ਹਾਂ, ਤੇਰੇ ਅਧਿਕਾਰਾਂ ਦੀ ਗੱਲ ਮੈਂ ਕਰਾਂਗਾ, ਤੂੰ ਫਰਜ਼ਾਂ ਨੂੰ ਪਹਿਚਾਣ। ਸੋ ਗੁਰੂ ਨਾਨਕ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਨੇ ਇਸਤਰੀ ਫਰਜ਼ਾਂ ਦੀ ਗੱਲ ਕੀਤੀ। ਦਿਸ ਇਜ਼ ਆਲਸੋ ਦ ਬੇਸਿਕ ਡਿਫਰੈਂਸ। ਅਧਿਕਾਰ ਦਿੱਤੇ ਹਨ, ਪਰ ਔਰਤ ਨੂੰ ਨਹੀਂ ਅਧਿਕਾਰ ਮੰਗਣ ਲਈ ਕਿਹਾ। ਮਰਦ ਨੂੰ ਕਿਹਾ ਹੈ ਕਿ ਔਰਤ ਨੂੰ ਅਧਿਕਾਰ ਦਿਓ। ਮਰਦ ਨਾਲ ਨਾਰਾਜ਼ਗੀ ਜ਼ਾਹਰ ਕੀਤੀ ਹੈ ਗੁਰੂ ਸਾਹਿਬ ਨੇ ਕਿ ਤੁਸੀਂ ਔਰਤ ਨੂੰ ਕਿਉਂ ਅਧਿਕਾਰ ਨਹੀਂ ਦਿੱਤੇ, ਕਿਉਂ ਉਸ ਨੂੰ ਮੰਦਾ ਕਹਿੰਦੇ ਹੋ। ਤੇ ਪ੍ਰੈਕਟੀਕਲੀ ਉਹਨਾਂ ਨੇ ਅਧਿਕਾਰ ਦਿੱਤੇ। ਅਸੀਂ ਦੇਖਦੇ ਹਾਂ ਕਿ ਗੁਰੂ ਅਮਰਦਾਸ ਜੀ ਨੇ ਇਸਤਰੀਆਂ ਨੂੰ ਪ੍ਰਚਾਰਕ ਬਣਾ ਕੇ ਭੇਜਿਆ। ਉਸ ਜ਼ਮਾਨੇ ਦੇ ਵਿੱਚ ਸਭ ਤੋਂ ਵੱਡੀ ਪਦਵੀ ਪ੍ਰਚਾਰਕ ਦੀ ਪਦਵੀ ਸੀ। ਇਹ ਸਾਨੂੰ ਸਮਝਣ ਦੀ ਲੋੜ ਹੈ, ਕਿਉਂਕਿ ਐਜੂਕੇਸ਼ਨ ਸੀ ਪ੍ਰਚਾਰਕ ਦੇ ਪਾਸ, ਹੋਰ ਕਿਸੇ ਪਾਸ ਐਜੂਕੇਸ਼ਨ ਹੀ ਨਹੀਂ ਸੀ। ਸਾਇੰਸ ਦੀ ਡਿਵੈਲਪਮੈਂਟ ਹੋ ਰਹੀ ਸੀ। ਐਨਲਾਈਟਮੈਂਟ ਦਾ ਟਾਈਮ, ਐਨਲਾਈਟਨਮੈਂਟ ਦਾ ਜਿਹੜਾ ਪੀਰੀਅਡ ਸੀ ਉਹ ਉਹਨਾਂ ਦਿਨਾਂ ਵਿੱਚ ਹੀ, ਇਟ ਇਜ਼ ਆਲਮੋਸਟ ਸਾਈਮਲ, ਕੁਛ ਦੇਰ ਬਾਅਦ ਆਇਆ ਵੈਸਟ ਦੇ ਵਿੱਚ। ਤੇ ਜਿਹੜੀ ਐਜੂਕੇਸ਼ਨ ਸੈਕੂਲਰ ਹੋ ਗਈ, ਪਰ ਉਸ ਸਮੇਂ ਦੇ ਵਿੱਚ 15ਵੀਂ 16ਵੀਂ ਸਦੀ ਵਿੱਚ ਐਜੂਕੇਸ਼ਨ ਹਾਲੇ ਸੈਕੂਲਰ ਨਹੀਂ ਸੀ ਹੋਈ। ਧਾਰਮਿਕ ਐਜੂਕੇਸ਼ਨ ਵਾਜ਼ ਦਾ ਓਨਲੀ ਐਜੂਕੇਸ਼ਨ ਜਿਹੜੀ ਉਸ ਵੇਲੇ ਪ੍ਰੀਵੇਲ ਕਰ ਰਹੀ ਸੀ। ਉਸ ਸਮੇਂ, ਉਸ ਜ਼ਮਾਨੇ ਦੇ ਵਿੱਚ ਜਦੋਂ ਔਰਤਾਂ ਨੂੰ ਪ੍ਰੀਸਟ ਬਣਨ ਦਾ ਹੱਕ ਨਹੀਂ ਸੀ, ਜਦੋਂ ਔਰਤਾਂ ਨੂੰ ਮੰਦਿਰ ਵਿੱਚ ਜਾਣ ਦਾ ਹੱਕ ਨਹੀਂ ਸੀ, ਜਦੋਂ ਔਰਤਾਂ ਨੂੰ ਧਰਮ ਗ੍ਰੰਥ ਪੜ੍ਹਨ ਦਾ ਹੱਕ ਨਹੀਂ ਸੀ, ਉਸ ਸਮੇਂ ਵਿੱਚ ਗੁਰੂ ਸਾਹਿਬ ਨੇ ਇਸਤਰੀਆਂ ਨੂੰ ਦੂਰ ਦੁਰਾਡੇ ਭੇਜਿਆ, ਪ੍ਰਚਾਰਕ ਬਣਾ ਕੇ ਦੂਰ ਦੇ ਦੇਸ਼ਾਂ ਵਿੱਚ ਭੇਜਿਆ। ਔਰ ਕਮਾਲ ਦੀ ਗੱਲ ਹੈ ਕਿ ਕਿਸੇ ਨੇ ਕੁਐਸਚਨ ਨਹੀਂ ਰੇਜ਼ ਕੀਤਾ ਵੀ ਇਹ ਕਿਉਂ ਕੀਤਾ ਜਾ ਰਿਹਾ ਹੈ। ਇਟ ਵਾਜ਼ ਟੇਕਨ ਐਜ਼ ਸਮਥਿੰਗ ਵੈਰੀ ਨੈਚੁਰਲ। ਸੋ ਇਸ ਤਰੀਕੇ ਨਾਲ ਗੁਰੂ ਸਾਹਿਬ ਨੇ ਕੇਵਲ ਕਿਹਾ ਨਹੀਂ, ਫਿਰ ਹੌਲੀ 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 ਹਰ ਗੁਰੂ ਸਾਹਿਬ ਨੇ ਸਾਡੀ ਡਿਵੈਲਪਮੈਂਟ ਕੀਤੀ। ਗੁਰੂ ਸਾਹਿਬ ਤੇ ਸਾਰੇ ਪੂਰਨ ਸਨ, ਸਰਬ ਕਲਾ ਸੰਪਤ ਸਨ। ਇਹ ਸਾਡਾ ਵਿਸ਼ਵਾਸ ਹੈ ਕਿ 10 ਗੁਰੂ ਸਾਹਿਬਾਨ ਦੀ ਸੇਮ ਫਿਲਾਸਫੀ ਸੀ। ਉਹਨਾਂ ਦੀਆਂ ਜੋਤ ਉਹ ਜੁਗਤ ਸਾਇੰਸ ਹੈ, ਕਾਇਆ ਫੇਰ ਪਲਟੀ ਹੈ। ਜੇ ਸਿੱਖ ਪੰਥ ਡਿਵੈਲਪ ਹੋਇਆ ਤੇ ਕੌਮ ਡਿਵੈਲਪ ਹੋਈ ਹੈ, ਸਿੱਖ ਡਿਵੈਲਪ ਹੋਏ ਨੇ। ਡਿਵੈਲਪ ਕਰਦੇ ਕਰਦੇ ਹੌਲੀ ਹੌਲੀ ਅਸੀਂ ਜੰਗ ਦੇ ਮੈਦਾਨ ਵਿੱਚ ਵੀ ਲੜੇ, ਔਰ ਇੱਕ ਮਾਈ ਭਾਗੋ ਨੇ ਅਣਗਿਣਤ ਬੀਬੀਆਂ ਜੰਗ ਦੇ ਮੈਦਾਨ ਵਿੱਚ ਲੜੀਆਂ। ਐਂਡਲੈਸ ਵੂਮਨ, ਮੈਨੀ ਨੋਨ ਐਂਡ ਮੈਨੀ ਅਨਨੋਨ, ਜਿਨ੍ਹਾਂ ਦੇ ਅਣਗਿਣਤ ਬੀਬੀਆਂ। ਫਿਰ ਉਸ ਤੋਂ ਬਾਅਦ ਮਿਸਲਾਂ ਦਾ ਟਾਈਮ ਆਇਆ ਤੇ ਅਣਗਿਣਤ ਬੀਬੀਆਂ ਨੇ ਰਾਜ ਕੀਤਾ। ਰਾਣੀ ਸਦਾ ਕੌਰ, ਰਾਣੀ ਸਾਹਿਬ ਕੌਰ, ਰਾਣੀ ਰਜਿੰਦਰ ਕੌਰ। ਸਾਡਾ ਇਤਿਹਾਸ ਦੱਸਦਾ ਹੈ ਕਿ ਕਿਤਨੀਆਂ ਬੀਬੀਆਂ ਨੇ ਰਾਜ ਕੀਤਾ। ਅੰਗਰੇਜ਼ ਕਾਇਲ ਸਨ ਕਿ ਸਿੱਖ ਰਾਣੀਆਂ ਹਨ ਜਿਹੜੀਆਂ ਬੜੀਆਂ ਕੇਪੇਬਲ ਹਨ। ਸੋ ਗੁਰੂ ਸਾਹਿਬ ਨੇ ਇਸੇ ਪੂਰਨੇ ਪਾ ਦਿੱਤੇ ਸੀ। ਹੁਣ ਫਿਰ ਕਲਚਰ ਚੇਂਜ ਕਰ ਦਿੱਤਾ। ਇਤਿਹਾਸ ਤਾਂ ਬਦਲਿਆ ਹੀ ਗੁਰੂ ਸਾਹਿਬ ਨੇ, ਐਸ ਫਾਰ ਐਸ ਵੂਮਨ ਆਰ ਕੰਸਰਨ, ਕਲਚਰ ਵੀ ਪੂਰਾ ਚੇਂਜ ਕਰਕੇ ਰੱਖ ਦਿੱਤਾ। ਉਹ ਜ਼ਮਾਨਾ ਜਦੋਂ ਇੱਕ ਇਸਤਰੀ ਜਿਸ ਦੇ ਘਰ ਬੱਚਾ ਨਹੀਂ ਪੈਦਾ ਹੁੰਦਾ ਸੀ, ਉਸ ਨੂੰ ਔਂਤਰੀ ਤੇ ਹੋਰ ਕਈ ਤਰ੍ਹਾਂ ਦੇ ਕਿਰਨਤ ਸ਼ਬਦਾਂ ਦੇ ਨਾਲ ਉਹਨੂੰ ਐਡਰੈਸ ਕੀਤਾ ਜਾਂਦਾ ਸੀ। ਇਸਤਰੀ ਨੂੰ, ਉਹਨੂੰ ਸਮਾਜ ਦੇ ਵਿੱਚ ਦਰਜਾ ਨਹੀਂ ਸੀ ਦਿੱਤਾ ਜਾਂਦਾ ਸੀ, ਉਹਨੂੰ ਖੁੱਲ੍ਹਾ ਨਹੀਂ ਸਮਝਿਆ ਜਾਂਦਾ ਸੀ। ਕਿਸੇ ਵਿਆਹ ਸ਼ਾਦੀ ਦੇ ਅੱਛੇ ਮੌਕੇ ਤੇ ਉਸ ਇਸਤਰੀ ਦਾ ਹਾਜ਼ਰ ਹੋਣਾ ਸਮਝਿਆ ਜਾਂਦਾ ਸੀ ਬਦਸ਼ਕਨੀ ਹੈ। ਉਸ ਜ਼ਮਾਨੇ ਦੇ ਵਿੱਚ ਬੇਬੇ ਨਾਨਕੀ ਜਿਹੜੀ ਮਾਂ ਹੋਣ ਦਾ ਮਾਣ ਨਹੀਂ ਹਾਸਿਲ ਕਰ ਸਕੀ, ਕਿ ਅੱਜ ਤੱਕ ਅਸੀਂ ਸਾਨੂੰ ਅਹਿਸਾਸ ਹੈ, ਕਿਸੇ ਦੇ ਮਨ ਵਿੱਚ ਅੱਜ ਵੀ ਖਿਆਲ ਆਇਆ ਕਿ ਬੇਬੇ ਨਾਨਕੀ ਦੇ ਵਿੱਚ ਕੋਈ ਕਮੀ ਸੀ। ਬੇਬੇ ਨਾਨਕੀ ਨੂੰ ਸਤਿਕਾਰ ਦੀ ਨਜ਼ਰ ਨਾਲ ਅੱਜ ਵੀ ਦੇਖਿਆ ਜਾਂਦਾ, ਉਦੋਂ ਵੀ ਦੇਖਿਆ ਗਿਆ। ਔਰ ਇੱਥੋਂ ਤੱਕ ਬੇਬੇ ਨਾਨਕੀ ਨੂੰ ਪ੍ਰਵਾਨ ਕੀਤਾ ਗਿਆ ਕਿ ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਨੇ ਜਦੋਂ ਰਬਾਬ ਖਰੀਦਣੀ ਸੀ ਤਾਂ ਜੇ ਉਹਨਾਂ ਨੂੰ ਕੋਈ ਬੰਦਾ ਇਸ ਕਾਬਿਲ ਨਜ਼ਰ ਆਇਆ ਕਿ ਇਸ ਰਬਾਬ ਜਿਸ ਦੇ ਨਾਲ ਪ੍ਰੇਮ ਦੇ ਗੀਤ ਗਾਣੇ ਹਨ, ਗੁਰਬਾਣੀ ਪ੍ਰੇਮ ਦੇ ਗੀਤ ਹਨ, ਪ੍ਰਭੂ ਪ੍ਰੇਮ ਦੇ ਗੀਤ ਹਨ, ਜਿਸ ਦੇ ਨਾਲ ਪ੍ਰਭੂ ਪ੍ਰੇਮ ਦੇ ਗੀਤ ਗਾਣੇ ਹਨ, ਤਾਂ ਜਿਸ ਸਾਜ਼ ਦੇ ਨਾਲ ਇਹ ਪ੍ਰਭੂ ਪ੍ਰੇਮ ਦੇ ਗੀਤ ਗਾਣੇ ਹਨ ਉਹ ਸਾਜ਼ ਵੀ ਪ੍ਰੇਮ ਦਾ ਲਖਾਇਕ ਹੋਣਾ ਚਾਹੀਦਾ। ਤੇ ਉਹ ਸਾਜ਼ ਹੈ ਜਿਹੜਾ ਉਹ
ਬੇਬੇ ਨਾਨਕੀ ਦਾ ਜੋ ਪ੍ਰੇਮ ਸੀ ਗੁਰੂ ਨਾਨਕ ਸਾਹਿਬ ਦੇ ਲਈ, ਗੁਰੂ ਦੇ ਲਈ, ਉਸ ਤੋਂ ਜ਼ਿਆਦਾ ਪ੍ਰੇਮ ਨਹੀਂ ਸੀ। ਔਰ ਮਾਂ ਨੇ ਬੇਬੇ ਨਾਨਕੀ ਨੂੰ ਮਿਲਿਆ। ਉਸਨੂੰ ਕਿਸੇ ਵੀ ਇਤਿਹਾਸ ਵਿੱਚ ਕਿਤੇ ਨਹੀਂ ਆਉਂਦਾ, ਜਿਤਨਾ ਵੀ ਇਤਿਹਾਸ ਲਿਖਿਆ ਮਿਲਦਾ ਹੈ ਕਿ ਬੇਬੇ ਨਾਨਕੀ ਨੂੰ ਇਸ ਕਰਕੇ ਕਿਸੇ ਵੀ ਹਾਲਤ ਵਿੱਚ ਨੀਵਾਂ ਸਮਝਿਆ ਗਿਆ ਹੋਵੇ ਕਿਉਂਕਿ ਉਹ ਮਾਂ ਨਹੀਂ ਬਣ ਸਕੀ। ਇਸ ਦਾ ਮਤਲਬ ਕੀ ਹੈ ਕਿ ਗੁਰੂ ਸਾਹਿਬ ਦੇ ਟਾਈਮ ਤੋਂ ਹੀ ਸਿੱਖ ਕਲਚਰ ਬਦਲਣਾ ਸ਼ੁਰੂ ਹੋ ਗਿਆ ਸੀ। ਬੀਬੀਆਂ, ਮਾਤਾਵਾਂ, ਭੈਣਾਂ ਦਾ ਸਤਿਕਾਰ ਹੋਣਾ ਸ਼ੁਰੂ ਹੋ ਗਿਆ ਸੀ। ਇੱਕ ਸਹਿਜ ਸੁਭਾਈ ਕਲਚਰ ਬਣਾਇਆ ਜਾ ਰਿਹਾ, ਕੋਈ ਨਾਅਰੇਬਾਜ਼ੀ ਨਹੀਂ ਕੀਤੀ ਗਈ। ਜਿਵੇਂ ਵੂਮਨ ਮੂਵਮੈਂਟ ਨੇ ਨਾਅਰੇਬਾਜ਼ੀ ਕੀਤੀ, ਸਾਡੇ ਹੱਥ ਇੱਕ ਹੱਥ, ਅਸੀਂ ਲੜਾਂਗੇ ਤੇ ਇਹ ਕਰਾਂਗੇ ਉਹ ਕਰਾਂਗੇ। ਅਮਰੀਕਨ ਵੂਮਨ ਨੂੰ ਵੋਟ ਦਾ ਹੱਕ ਲੈਣ ਦੇ ਲਈ ਕਮ ਸੇ ਕਮ 70-72 ਸਾਲ ਸਟਰਗਲ ਕਰਨੀ ਪਈ, ਬੜੀਆਂ ਡੰਡੇ ਖਾਣੇ ਪਏ। ਆਪਣੇ ਆਪ ਨੂੰ ਵਾਈਟ ਹਾਊਸ ਦੇ ਗੇਟ ਦੇ ਨਾਲ ਚੇਨ ਦੇ ਨਾਲ ਉਹਨਾਂ ਨੇ ਬੰਨ ਲਿਆ ਕਿ ਅਸੀਂ ਇੱਥੋਂ ਉੱਠਣਾ ਨਹੀਂ ਜਿਤਨੀ ਦੇਰ ਤੱਕ ਸਾਨੂੰ ਵੋਟ ਦਾ ਹੱਕ ਨਹੀਂ ਮਿਲਦਾ। ਤੇ ਸਿੱਖ ਧਰਮ ਦੇ ਵਿੱਚ ਤਾਂ ਬੀਬੀਆਂ ਜਦੋਂ ਵੋਟ ਦਾ ਹੱਕ ਮੰਗ ਰਹੀਆਂ ਸਨ, ਅਮਰੀਕਨ ਵੂਮਨ, ਉਸ ਤੋਂ ਕਈ ਸਾਲ ਪਹਿਲੇ ਤਾਂ ਸਿੱਖ ਬੀਬੀਆਂ ਰਾਜ ਕਰ ਚੁੱਕੀਆਂ ਸੀ ਮਿਸਲਾਂ ਦੇ ਸਮੇਂ ਦੇ ਵਿੱਚ। 1920 ਦੇ ਵਿੱਚ ਹੱਕ ਮਿਲਿਆ ਅਮਰੀਕਨ ਵੂਮਨ ਨੂੰ ਵੋਟ ਪਾਉਣ ਦਾ। ਤੇ 1700 ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਸ਼ਾਇਦ 1801 ਦੇ ਵਿੱਚ, ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਣਿਆ, ਉਸ ਤੋਂ ਪਹਿਲੇ ਮਿਸਲਾਂ ਦਾ ਰਾਜ ਸੀ। ਸੋ ਵੱਡੇ ਘੱਲੂਘਾਰੇ, ਛੋਟੇ ਘੱਲੂਘਾਰਿਆਂ ਤੋਂ ਬਾਅਦ ਜਦੋਂ ਮਿਸਲਾਂ ਬਣੀਆਂ ਤੇ ਨਾਲ ਹੀ ਸਿੱਖ ਇਸਤਰੀਆਂ ਨੂੰ ਰਾਜ ਕਰਨ ਦਾ ਹੱਕ ਮਿਲ ਗਿਆ। ਇਹ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲੇ ਹੋਈਆਂ ਹਨ। ਰਾਣੀ ਸਾਹਿਬ ਕੌਰ, ਰਾਣੀ ਰਜਿੰਦਰ ਕੌਰ, ਜਿਨ੍ਹਾਂ ਦਾ ਅਸੀਂ ਨਾਮ ਲੈ ਰਹੇ ਹਾਂ, ਇੱਕ ਨਹੀਂ ਅਣਗਿਣਤ। ਮੈਂ ਆਪਣੀ ਇਸ ਕਿਤਾਬ ਦੇ ਵਿੱਚ ਵੀ ਕਾਫੀ ਵਿਮਨ ਜਿਨ੍ਹਾਂ ਨੇ ਰਾਜ ਕੀਤਾ ਹੈ ਉਹਨਾਂ ਦੇ ਲਾਈਫ ਹਿਸਟਰੀਜ਼ ਦੱਸੀਆਂ ਹਨ। ਸੋ ਕਹਿਣ ਤੋਂ ਮਤਲਬ ਕੀ ਹੈ ਕਿ ਗੁਰੂ ਸਾਹਿਬ ਨੇ ਜੋ ਨਾਰਾ ਦਿੱਤਾ, ਸਾਨੂੰ ਔਰਤਾਂ ਨੂੰ ਜ਼ਿੰਦਗੀ ਦੇ, ਜੀਵਨ ਦੇ ਹਰ ਖੇਤਰ ਦੇ ਵਿੱਚ ਸਾਨੂੰ ਭਾਗ ਲੈਣ ਦਾ ਹੱਕ ਦਿੱਤਾ, ਸਾਨੂੰ ਭਾਗ ਲੈਣ ਦਾ ਮੌਕਾ ਦਿੱਤਾ, ਹਰ ਫੈਸਲੇ ਲੈਣ ਦੇ ਵਿੱਚ ਅਸੀਂ ਮੋਹਰੀ ਸਾਂ। ਮੈਨੂੰ ਖਿਆਲ ਆ ਰਿਹਾ ਮਾਤਾ ਗੰਗਾ ਜੀ ਦਾ, ਇਸ ਵੇਲੇ ਮੇਰੇ ਦਿਮਾਗ ਵਿੱਚ ਆ ਰਿਹਾ ਕਿ ਮਾਤਾ ਗੰਗਾ ਜੀ ਗੁਰੂ ਅਰਜਨ ਦੇਵ ਸਾਹਿਬ ਦੀ ਸੁਪਤਨੀ, ਗੁਰੂਪਤੀ ਸ਼ਹੀਦ ਹੋ ਗਏ ਨੇ, ਬੜੀ ਦੁਬਿਧਾ ਵਿੱਚ ਹਨ। ਮਾਤਾ ਜੀ ਆਪ ਵੀ ਇਹ ਮੰਨਣ ਵਿੱਚ ਕੋਈ ਸਾਡਾ ਇਤਿਹਾਸ ਕਹਿੰਦਾ ਹੈ ਆਫਟਰ ਆਲ ਇੱਕ ਪਤਨੀ ਸਨ। ਫਿਰ ਉਹ ਆਪਣੇ ਆਪ ਨੂੰ ਖੜਾ ਕਰਦੇ ਹਨ ਕਿ ਨਹੀਂ, ਮੇਰੇ ਸਿਰ ਤੇ ਸਾਰੀ ਕੌਮ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੈ, ਜੇ ਮੈਂ ਹੀ ਹੌਸਲਾ ਛੱਡ ਗਈ ਤੇ ਕੌਮ ਕਿਵੇਂ। ਫਿਰ ਆਪਣੇ ਆਪ ਨੂੰ ਖੜਾ ਕਰਦੇ ਹਨ ਤੇ ਸਾਰੀ ਕੌਮ ਨੂੰ ਉਹ ਹੌਸਲਾ ਦਿੰਦੇ ਹਨ, ਆਪਣੇ ਪੈਰਾਂ ਤੇ ਖੜੇ ਹਨ। ਆਪਣੇ ਜਿਹੜੇ ਗੁਰੂ ਹਰਗੋਬਿੰਦ ਸਾਹਿਬ, ਜਿਹੜੀ 6ਵੀਂ ਪਾਤਸ਼ਾਹੀ, ਉਹਨਾਂ ਦੀ ਸਿੱਖਿਆ ਦੀ ਪੂਰੀ ਆਪਣਾ ਜ਼ਿੰਮੇਵਾਰੀ ਲੈਂਦੇ ਹਨ। ਤੇ ਹੋਰ ਜੋ ਗੱਲ ਮੈਂ ਖਾਸ ਕਹਿਣਾ ਚਾਹੁੰਦੀ ਹਾਂ ਕਿ ਉਸ ਸਮੇਂ ਜਹਾਂਗੀਰ, ਇੱਕ ਸਮਾਂ ਮੌਕਾ ਐਸਾ ਆਇਆ ਕਿ ਜਹਾਂਗੀਰ ਨੂੰ ਅਫਸੋਸ ਹੋਇਆ ਕਿ ਉਸਨੇ ਗੁਰੂ ਅਰਜਨ ਸਾਹਿਬ ਨੂੰ ਕਿਉਂ ਸ਼ਹੀਦ ਕੀਤਾ ਹੈ। ਉਹ ਮਾਤਾ ਜੀ ਕੋਲ ਚੱਲ ਕੇ ਆਇਆ, ਮਾਫੀ ਮੰਗੀ ਉਹਨਾਂ ਕੋਲੋਂ, ਪੂਰੇ ਮਨ ਨਾਲ ਮਾਫੀ ਮੰਗੀ ਤੇ ਫਿਰ ਆਫਰ ਕੀਤਾ ਤੇ ਤੁਸੀਂ ਅਕਾਲ ਤਖਤ ਸਾਹਿਬ ਦੀ ਕੰਸਟਰਕਸ਼ਨ ਕਰ ਰਹੇ ਹੋ, ਮੈਂ ਸਰਕਾਰੀ ਖਜ਼ਾਨੇ ਵਿੱਚੋਂ ਕਰਵਾ ਦਿੰਦਾ ਹਾਂ। ਤਾਂ ਮਾਤਾ ਜੀ ਨੇ ਨਾ ਕਰ ਦਿੱਤੀ ਕਿ ਨਹੀਂ, ਅਕਾਲ ਤਖਤ ਦੀ ਉਸਾਰੀ ਜੋ ਹੈ ਉਹ ਸੰਗਤਾਂ ਦੇ ਪੈਸੇ ਦੇ ਨਾਲ ਹੋਏਗੀ, ਇਹ ਸਰਕਾਰੀ ਖਜ਼ਾਨੇ ਵਿੱਚੋਂ ਨਹੀਂ ਹੋਏਗੀ। ਸੋ ਇੱਕ ਘਰੇਲੂ ਔਰਤ, ਦੁਨਿਆਵੀ ਨਜ਼ਰਾਂ ਵਿੱਚ ਦੇਖਿਆ ਜਾਏ ਤਾਂ ਘਰੇਲੂ ਔਰਤ ਮਾਤਾ ਗੰਗਾ ਜੀ ਵਿੱਚ ਇਤਨਾ ਕੌਨਫੀਡੈਂਸ ਸੀ ਕਿ ਉਹ ਹਿੰਦੁਸਤਾਨ ਦੇ ਬਾਦਸ਼ਾਹ ਦੇ ਨਾਲ ਗੱਲਬਾਤ, ਡਾਇਲੋਗ ਕਰ ਸਕਦੇ ਤੇ ਆਪਣੇ ਸਿਧਾਂਤ ਤੇ ਪੱਕੇ ਰਹਿ ਸਕਦੇ। ਸੋ ਅਜਿਹਾ ਕੌਨਫੀਡੈਂਸ ਗੁਰੂ ਸਾਹਿਬ ਦੇ ਨੇ ਕਲਚਰ ਹੀ ਕ੍ਰੀਏਟ ਕਰ ਦਿੱਤਾ ਸੀ। ਸਹਿਜ ਸੁਭਾਅ ਕਲਚਰ ਕ੍ਰੀਏਟ ਹੋ ਗਿਆ ਸੀ। ਐਸਾ ਗੁਰੂ ਸਾਹਿਬ ਦੀਆਂ ਪਰਸਨੈਲਿਟੀ ਦਾ ਐਸਾ ਅਸਰ ਸੀ ਕਿ ਸਿੱਖ ਬੀਬੀਆਂ ਹਰ ਖੇਤਰ ਵਿੱਚ ਅੱਗੇ ਹੋ ਕੇ ਵਧੀਆਂ ਤੇ ਉਹਨਾਂ ਨੇ ਸਿੱਖ ਕੌਮ ਦੀ ਘਾੜਤ ਦੇ ਵਿੱਚ ਪੂਰਾ ਯੋਗਦਾਨ ਪਾਇਆ। ਮੈਂ ਜਦੋਂ ਪੜ੍ਹ ਰਹੀ ਸੀ, ਇਹ ਕਿਤਾਬ ਲਿਖ ਰਹੀ ਸੀ, ਤਾਂ ਉਸ ਵੇਲੇ ਮੈਂ ਜਦੋਂ ਨੈਟ ਤੋਂ ਵੀ ਦੇਖਿਆ, ਸਾਰੇ ਸੋਰਸਿਸ ਸਟੱਡੀ ਕੀਤੇ, ਤਾਂ ਇੱਕ ਗੱਲ ਜੋ ਮੈਂ ਸਟੱਡੀ ਕੀਤੀ, ਕਮਾਲਾ ਰੋਜ਼ ਕੌਰ is an American woman converted into Sikhism. She is an American woman. ਉਸ ਦੀ ਦਾਦੀ, ਉਸ ਦੀ ਮਾਂ ਸਨ ਜਿਹੜੀ, ਉਹਨਾਂ ਨੇ ਅਮਰੀਕਨ ਦੀ ਵੂਮਨ
ਮੂਵਮੈਂਟ ਦੇ ਵਿੱਚ ਪੂਰਾ ਹਿੱਸਾ ਲਿਆ ਸੀ। ਤੇ ਪਰ ਮੈਂ ਹੁਣੇ ਆਲਰੇਡੀ ਸਭ ਤੋਂ ਪਹਿਲੇ ਜਦੋਂ ਮੈਂ ਗੱਲ ਕੀਤੀ ਹੈ ਕਿ ਜਿਹੜੀ 20 ਸਾਲ ਮੂਵਮੈਂਟ 20 ਸਾਲ ਤੋਂ ਬਾਅਦ ਹੀ ਵੂਮਨ ਮੂਵਮੈਂਟ ਦੇ ਨੈਗੇਟਿਵ ਰਿਜ਼ਲਟ ਸਾਹਮਣੇ ਆਉਣੇ ਸ਼ੁਰੂ ਹੋ ਗਏ ਸੀ। ਡਾਈਵੋਰਸ, ਸਿਕ ਚਿਲਡਰਨ, ਨਿਗਲੈਕਟਡ ਚਿਲਡਰਨ ਐਂਡ ਸਾਰਾ ਕੁਛ ਮੈਂ ਆਈ ਹੈਵ ਆਲਰੇਡੀ ਟੋਲਡ ਅਬਾਊਟ ਇਟ ਦਿਸ ਥਿੰਗ। ਤਾਂ ਇਸ ਗੱਲ ਤੋਂ ਵੂਮਨ ਦੇ ਮਨ ਵਿੱਚ ਸੀ ਕਿ ਸਮਥਿੰਗ ਨੀਡਸ ਟੂ ਬੀ ਡਨ ਐਂਡ ਹੇਅਰ ਆਈ ਕੋਟ Kamala Ross Kaur, an American woman converted to Sikhism. She says, okay, the Sikh faith has always promoted universal equal rights, including the equal rights of women. We do not have to fight and claw and scratch for the vote like my great grandmother did here in USA. This is what Kamala Ross Kaur is saying. Sikh women made history in the women's movement long, long ago. I lived through the second wave of women's movement here in USA, which went very quickly. In the 1970s, we changed the face of my culture, and most of the reforms achieved at that time have been maintained since. Now, women around the world are busy with the third wave of the women movement, a global movement. I have every faith that Sikh women will not back down from this challenge to fight for the Sikh way. Meanwhile, the university women's studies departments and religious studies programs are reading over our shoulders and starting to study the grand history of the Sikh women's movement. So, ਇਹ ਕਮਾਲਾ ਰੋਸ ਕੌਰ ਕਹਿੰਦੀ ਹੈ ਕਿ ਮੈਨੂੰ ਉਮੀਦ ਹੈ ਕਿ ਸਿੱਖ ਵਿਮਨ ਅੱਜ ਜੋ ਗੁਰੂਆਂ ਨੇ ਸੁਨੇਹਾ ਦਿੱਤਾ ਹੈ ਬਰਾਬਰੀ ਦਾ, ਜਿਹਦੇ ਵਿੱਚ ਔਰਤ ਨੇ ਆਪਣੇ ਜਿਹੜੇ ਸਹਿਜ ਸੁਭਾਅ ਪਰਮਾਤਮਾ ਵੱਲੋਂ ਬਖਸ਼ੇ ਦੈਵੀ ਗੁਣ ਜਿਹੜੇ ਹਨ, ਨਿਮਨ ਸੋ ਅੱਖਰ ਖਮਨ ਗੁਣ ਜੇ ਬਾਮਣੀਆਂ ਮੰਤ ਵਾਲੇ, ਇਹ ਗੁਣਾਂ ਦੀ ਧਾਰਨੀ ਬਣੀ ਦਿਖਾਈ ਗਈ ਹੈ, ਬਣੇ ਉਮੀਦ ਕੀਤੀ ਜਾਂਦੀ ਹੈ ਕਿ ਔਰਤ ਸਿੱਖ ਔਰਤ ਇਹ ਗੁਣ ਨਹੀਂ ਛੱਡੇਗੀ ਤੇ ਇੱਕ ਨਵੀਂ ਵੂਮਨ ਮੂਵਮੈਂਟ ਸਟਾਰਟ ਕਰੇਗੀ ਜਿੱਥੇ men and women will lead life on an equal level without subjugating the other sex, other gender, I must say, without subjugating the other gender, and they will proclaim to the world how women movement as propagated by the Sikh thought has brought about a beautiful society where the rights of women were safe from every point of view. Women had rather, मैं इथे एक हो मनु सांस है कि टाइम हो रहा है, I'll take just 1 minute कि I will quote an English writer who said कि it is not the gender that performs the rules, it is the consciousness, the higher consciousness that performs the rules. The higher the conscious, the better consciousness, the better person you are. So Guru Sahib ne consciousness ਦੀ development ਤੇ ਜ਼ੋਰ ਦਿੱਤਾ ਹੈ। ਮਰਦ ਤੇ ਔਰਤ ਦੇ ਫਰਕ ਵਿੱਚ ਨਹੀਂ ਪਇਓ। ਇਹ ਕਹਿੰਦੇ if we place value on the development of consciousness, we automatically create a hierarchy. Those with a more evolved perspective have a greater responsibility to work for the development of the whole. So this consciousness comes only from those who feel an urgent need to move forward for the sake of humanity. So Guru Sahib ne consciousness ਦੀ development ਤੇ ਜ਼ੋਰ ਦਿੱਤਾ। ਕਹਿੰਦੇ in the higher consciousness in maturity, both perspectives, she says, Carl Gilligan in her book says ਕਿ ਜਦੋਂ mature ਹੋ ਜਾਂਦਾ ਨਾ ਉਹ ਬੰਦਾ, ਉਹਦੇ ਲਈ man or woman ਦੇ ਵਿੱਚ ਫਰਕ ਨਹੀਂ ਰਹਿੰਦਾ। The basic thing is consciousness. One with a higher consciousness has the right to lead the whole humanity. ਤੇ ਜੇ ਔਰਤਾਂ ਨੇ ਗੁਰੂ ਸਾਹਿਬ ਦੇ ਟਾਈਮ ਤੇ ਔਰਤਾਂ ਨੇ ਆਪਣੀ ਕੌਨਸ਼ੀਅਸਨੈਸ ਨੂੰ ਇੰਨਾ ਡਿਵੈਲਪ ਕਰ ਸਕਿਆ ਸੀ, ਕਿਉਂ?
ਲੀਡ ਕਰ ਸਕਦੀਆਂ ਸਨ। ਮਾਈ ਭਾਗ ਕੌਰ ਨੇ ਲੀਡ ਕੀਤਾ, ਰਾਣੀ ਸਾਹਿਬ ਕੌਰ ਨੇ ਲੀਡ ਕੀਤਾ। ਜਦੋਂ ਮਹਾਰਾਜਾ ਪਟਿਆਲਾ ਦੀ ਆਰਮੀ, ਉਸਦਾ ਰਾਜਾ ਹਾਰ ਮੰਨ ਚੁੱਕਿਆ ਸੀ ਰਾਜਾ ਸਾਹਿਬ ਸਿੰਘ, ਤਾਂ ਰਾਣੀ ਸਾਹਿਬ ਕੌਰ ਨੇ ਆ ਕੇ ਫੌਜਾਂ ਵਿੱਚ ਕਿਵੇਂ ਜਾਨ ਪੜੀ। she had developed the higher consciousness। so ਗੁਰੂ ਸਾਹਿਬ ਦਾ ਜ਼ੋਰ physical differences ਤੇ ਨਹੀਂ ਹੈ, ਗੁਰੂ ਸਾਹਿਬ ਦਾ ਜ਼ੋਰ consciousness ਤੇ ਹੈ। those with a more evolved consciousness have the right to lead the world। ਇੱਥੇ man or woman ਦੀ ਗੱਲ ਨਹੀਂ, physical differences ਦੀ ਗੁਰੂ ਸਾਹਿਬ ਨੇ ਗੱਲ ਨਹੀਂ ਕੀਤੀ। ਸੋ ਆਓ, this is what subject ਬੜਾ ਵੱਡਾ, so one can speak at length on this subject, endlessly ਬੋਲਿਆ ਜਾ ਸਕਦਾ, ਪਰ ਸਮੇਂ ਦਾ ਖਿਆਲ ਕਰਦਾ। I have tried to cover the basic points which are there in the women movement of brought about by the Sikh faith। how naturally, ਕਿੰਨੀ naturally ਗੁਰੂ ਸਾਹਿਬ ਨੇ ਬਿਨਾਂ ਜ਼ੋਰ ਲਗਾਏ, ਬਿਨਾਂ ਨਾਰੇ ਲਾਏ, ਬਿਨਾਂ ਸਾਡੇ ਹੱਕ ਇੱਥੇ ਰੱਖਵਤ ਦੀ ਗੱਲ ਕੀਤਿਆਂ, ਉਹਨਾਂ ਨੇ ਮਰਦ ਨੂੰ ਇਹ ਕਿਹਾ ਕਿ ਤੂੰ ਔਰਤ ਨੂੰ ਹੱਕ ਦੇਣਾ ਹੈ, ਔਰਤ ਨੂੰ ਮੰਗਣ ਦੀ ਲੋੜ ਨਹੀਂ ਪਈ, ਔਰ ਐਸੇ ਹੱਕ ਦਿਵਾਏ ਕਿ ਸਿੱਖ ਇਸਤਰੀਆਂ ਨੇ ਸਾਰਾ ਸਮਾਜ ਬਦਲਣ ਦੇ ਵਿੱਚ ਪੂਰਾ ਯੋਗਦਾਨ ਪਾਇਆ। ਐਂਡ ਕਮਾਲਾ ਰੋਸ ਕੌਰ says that today also we have the same responsibility। the Sikh women should come forward, develop their consciousness according to Gurbani, and they have the right and they have the capacity to lead। let's hope we Sikh women are able to do that following the path of the Guru। ਹੋਈਆਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ